अजकल कई पेंटिंगां ने जो चर्चा का विषय बनिया हुई ने ਅਤੇ ਉਹਨਾਂ पेंटिंगां की जेकर मैं गल करा तो चमकदियां भी ने ਅਤੇ ਉਹਨਾਂ ਦੇ ਵਿੱਚ सोने की वरतों भी वाਕਿਆ ਦੇ ਵਿੱਚ ਹੋਈ है कि वाकिया ਦੇ ਵਿੱਚ ਤੁਹਾਨੂੰ सोने का रेट पता है क्योंकि अजकल तो ਵਿਆਹਾਂ ਦੇ ਵਿੱਚ भी लोग कतराਉਂਦੇ ਨੇ कि सोना ना ਲਈਏ ਤੁਸੀਂ पेंटिंग ही बना ਛੱਡੀ। गोल्ड प्योर ਹੁੰਦਾ 24 कैरेट गोल्ड ਹੁੰਦਾ। गोल्ड यूज ਹੁੰਦਾ ਰਿਹਾ ਪੁਰਾਣੇ ਟਾਈਮ 'ਚ ਤੇ ਦੇਖਣ ਦਾ ਮੌਕਾ ਮਿਲਿਆ ਆਪਣਾ ਪਟਿਆਲੇ 'ਚ ਕਿਲਾ ਮੁਬਾਰਕ 'ਚ ਜਿਹੜੇ ਉਸ ਟਾਈਮ ਦੇ ਰਾਜੇ ਨੇ ਯੂਜ਼ ਕਰਵਾਇਆ ਆਪਣੀ ਕੰਧਾਂ ਤੇ ਯੂਜ਼ ਕਰਵਾਇਆ ਅਤੇ ਅਸੀਂ ਕੰਧਾਂ ਤੇ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਹੁੰਦਾ ਹੈ ਯੂਜ਼ ਤੇ ਉੱਥੋਂ ਅਸੀਂ ਤੇ ਇੱਥੇ ਅਸੀਂ ਰੀਸਟੋਰ ਦਾ ਕੰਮ ਕੀਤਾ ਆ। ਅਸੀਂ ਆਪਣਾ ਖੁਦ ਦਾ ਕੰਮ ਕਰਨਾ ਚਾਹੁੰਦੇ ਸੀ। ਅਸੀਂ ਗਰੁੱਪ ਬਣਾਇਆ ਰੰਗ ਟੋਲਾ ਤੇ ਉਹਨੂੰ ਅਸੀਂ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਸੀਗੇ ਕਿ ਅਸੀਂ ਦੋਨੋਂ ਹੀ ਲੜਕੀਆਂ ਕੰਮ ਕਰਾਂਗੇ, ਓਨਰ ਦੋਨੋਂ ਹੀ ਆ ਤਾਂ ਅੱਗੇ ਲੜਕੀਆਂ ਨੂੰ ਅੱਗੇ ਲੈ ਕੇ ਆਵਾਂਗੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ। ਅਸੀਂ ਜਦੋਂ ਕੰਮ ਦੀ ਸ਼ੁਰੂਆਤ ਕੀਤੀ ਸੀ ਵਾਲ ਪੇਂਟਿੰਗਸ ਦੀ, ਉਹ ਪੰਚਕੂਲਾ ਆਰਮੀ ਏਰੀਆ ਦੇ ਵਿੱਚ ਸਕੂਲ ਦੇ ਵਿੱਚ ਕੰਮ ਕੀਤਾ ਸੀਗਾ ਅਸੀਂ। फैमिली का की रिएक्शन सी कि उन्होंने ये तो नहीं कहा भी विआहां दे लई बचिया रह जाए ਉਹੀ बहुत है, किस तरह का रिएक्शन? ਤੇ ਪਹਿਲਾਂ ਤਾਂ ਉਹਨਾਂ ਨੂੰ ਹੁੰਦਾ ਸੀ ਵੀ ਕਿਉਂ ਖਰਚਾ ਕਰ ਰਹੇ ਹੋ, ਕਿ ਇਹ ਚੀਜ਼ਾਂ ਦਾ ਆਰਟ ਮਟੀਰੀਅਲ ਕਿਉਂ ਲੈਂਦੇ ਆ, ਐਵੇਂ ਇਕੱਠਾ ਕਰੀ ਜਾਂਦੇ ਆ। ਨਿਊਜ਼ ਓਨਲੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। बहुत साल पहला पंजाब दे विच एक गीत आया सी कि हर चमकती चीज़ वे सोना नहीं हुंदी। वो चीज़ का तो मैनूं पता नहीं, पर अजकल कई पेंटिंगां ने जो चर्चा का विषय बनिया हुई ने ਅਤੇ ਉਹਨਾਂ पेंटिंगां की जेकर मैं गल करा तो चमकदियां भी ने ਅਤੇ ਉਹਨਾਂ ਦੇ ਵਿੱਚ सोने की वरतों भी वाकिया ਦੇ ਵਿੱਚ ਹੋਈ है। ਅਤੇ ਉਹਨਾਂ पेंटिंगां ਨੂੰ ਬਣਾਉਣ ਵਾਲੀਆਂ ਦੋ ਕੁੜੀਆਂ ਜਿਨ੍ਹਾਂ ਦਾ ਜ਼ਿਕਰ ਅੱਜ मैं इस इंटरव्यू ਦੇ ਵਿੱਚ ਵੀ ਕਰੂੰਗਾ ਤੇ ਉਹ ਸਾਡੇ ਨਾਲ ਵੀ ਨੇ, ਉਹਨਾਂ ਤੋਂ ਸਵਾਲ ਜਵਾਬ ਵੀ ਕਰਾਂਗੇ ਕਿ ਆਖਿਰ ਕਿਵੇਂ ਜ਼ਹਿਨ ਦੇ ਵਿੱਚ ਆਇਆ ਕਿ ਸੋਨੇ ਦੇ ਨਾਲ पेंटिंगां ਜਿਹੜੀਆਂ ਤਿਆਰ ਕਰ ਦਿੱਤੀਆਂ ਜਾਣ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਮੇਰੇ ਨਾਲ ਮੌਜੂਦ ਨੇ ਮਾਇਰਾ ਤੇ ਨਾਲ ਫਨਕਾਰੀ ਕੌਰ ਜਿਨ੍ਹਾਂ ਦੇ ਵੱਲੋਂ ਇਹ पेंटिंगां ਤਿਆਰ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੋਨੇ ਦੀ ਵੀ ਵਰਤੋਂ ਹੋਈ ਹੈ ਅਤੇ ਨਾਲ ਦੀ ਨਾਲ ਸੋਨੇ ਦੇ ਨਾਲ ਚਾਂਦੀ ਦੀ ਵਰਤੋਂ ਵੀ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਮੈਮ ਬਹੁਤ ਸਵਾਗਤ ਹੈ ਤੁਹਾਡੇ ਦੋਨਾਂ ਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। पहला सवाल तो मेरा यही है कि वाकिया ਦੇ ਵਿੱਚ ਤੁਹਾਨੂੰ सोने का रेट पता है क्योंकि अजकल तो ਵਿਆਹਾਂ ਦੇ ਵਿੱਚ भी लोग कतराਉਂਦੇ ਨੇ कि सोना ना ਲਈਏ ਤੁਸੀਂ पेंटिंग ही बना ਛੱਡੀਆਂ। ਹਾਂਜੀ, ਰੇਟ ਤਾਂ ਪਤਾ ਆ ਬਟ ਉਹਨਾਂ ਦਾ ਆਪਾਂ ਕਹਿ ਉਨੀ ਮਹਿੰਗੀ ਨਹੀਂ ਹੈਗੀ ਪੇਂਟਿੰਗ ਜਾਂ ਫਿਰ ਉਹਨਾਂ ਕੀ ਉਨੀ ਕੁਆਂਟੀਟੀ 'ਚ ਯੂਜ਼ ਨਹੀਂ ਹੁੰਦਾ, ਡਿਪੈਂਡ ਕਰਦਾ। ਜੇ ਕਸਟਮਰ ਚਾਹੁੰਦਾ ਕਿ ਮੈਂ ਸਿਰਫ ਪੇਂਟਿੰਗ ਬਣਾਉਣੀ 골ਡ 'ਚ ਤੇ ਉਹ ਆਪਦੀ ਜੇਬ ਦੇ ਅਕੋਰਡਿੰਗ ਅਗਲਾ ਗੱਲ ਕਰੂਗਾ ਨਾ, ਤੇ ਤਾਂ ਹੀ। अच्छा, जेकर मैं तुहाडे प्रोफैशन की गल करा क्योंकि जो पेंटिंग की गल आउंदी आ बहुत सारे पेंट या फिर ब्रश काफ़ी महंगे भी होंदे ने, मैनूं लगदा लोकां नूं नहीं पता होना बट तुहाडा प्रोफैशन आ। बट जहन दे विच किवें आया, चलो वखरा तो हर कोई करना चाहुंदा हुंदा बट कि सोने ਅਤੇ ਚਾਂਦੀ ਦੇ ਵਿੱਚ ਕਿ ਇਹ ਵੀ ਮੈਂ ਪੁੱਛੂੰ ਜਿਹੜਾ ਸੋਨੇ ਦਾ ਤੁਸੀਂ ਇਸਤੇਮਾਲ ਕੀਤਾ, ਯੂਜ਼ ਕੀਤਾ ਪੇਂਟਿੰਗ ਦੇ ਵਿੱਚ, ਕਿ ਵਾਕਿਆ ਦੇ ਵਿੱਚ ਉਹ 골ਡ ਜਾਂ ਫਿਰ ਕੋਈ ਮਾੜਾ ਮੋਟਾ ਉਹਨਾਂ ਦਾ ਵੀ ਫਰਕ ਹੁੰਦਾ? ਨਹੀਂ, 골ਡ ਪਿਓਰ ਹੁੰਦਾ 24 ਕੈਰਟ 골ਡ ਹੁੰਦਾ। ਤੇ ਦਿਮਾਗ 'ਚ ਐਕਚੁਅਲੀ ਨਾ ਆਪਾਂ ਸਟੱਡੀ ਕੀਤੀ ਇਹਦੀ, ਇਸੇ ਫੀਲਡ ਦੀ ਸਟੱਡੀ ਕੀਤੀ ਆ ਆਰਟ ਦੀ ਹੀ। ਤੇ ਸਟੱਡੀ 'ਚ ਥਿਓਰੈਟੀਕਲੀ ਤਾਂ ਅਸੀਂ ਰੀਡ ਕੀਤਾ ਸੀਗਾ ਕਿ 골ਡ ਯੂਜ਼ ਹੁੰਦਾ ਰਿਹਾ ਪੁਰਾਣੇ ਟਾਈਮ 'ਚ ਤੇ ਦੇਖਣ ਦਾ ਮੌਕਾ ਮਿਲਿਆ ਆਪਣਾ ਪਟਿਆਲੇ 'ਚ ਕਿਲਾ ਮੁਬਾਰਕ 'ਚ ਜਿਹੜੇ ਉਸ ਟਾਈਮ ਦੇ ਰਾਜੇ ਨੇ ਯੂਜ਼ ਕਰਵਾਇਆ ਆਪਣੀ ਕੰਧਾਂ ਤੇ ਯੂਜ਼ ਕਰਵਾਇਆ ਅਤੇ ਅਸੀਂ ਕੰਧਾਂ ਤੇ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਹੁੰਦਾ ਹੈ ਯੂਜ਼ ਤੇ ਉੱਥੋਂ ਅਸੀਂ ਤੇ ਇੱਥੇ ਅਸੀਂ ਰੀਸਟੋਰ ਦਾ ਕੰਮ ਕੀਤਾ ਆ। ਉਹਨਾਂ ਦੀ ਪੇਂਟਿੰਗ ਰੀਸਟੋਰ ਕੀਤੀਆਂ, ਕੰਧਾਂ ਦੀ ਵੀ ਕੀਤੀਆਂ ਤੇ ਕੈਨਵਸ ਦੀ ਵੀ ਕੀਤੀਆਂ। ਉੱਥੋਂ ਕੰਮ ਕਰਨ ਤੋਂ ਬਾਅਦ ਸਾਨੂੰ ਇਹ ਹੋਇਆ ਕਿ ਆਪਾਂ ਇਸ ਫੀਲਡ ਨੂੰ ਆਪਣੇ ਪ੍ਰੋਫੈਸ਼ਨ 'ਚ ਲੈ ਕੇ ਆ ਸਕਦੇ ਹਾਂ ਤੇ ਖੁਦ ਦਾ ਪਰਸਨਲ ਕੰਮ ਵੀ ਕਰ ਸਕਦੇ ਹਾਂ ਤੇ ਲੋਕ ਉਹਨੂੰ ਲੈਣ, ਹੈ ਨਾ। ਜੇ ਰਾਜੇ ਮਹਾਰਾਜੇ ਕਰਾਉਂਦੇ ਰਹੇ ਆ ਤੇ ਆਪਾਂ ਨਾਰਮਲ ਸੁਸਾਇਟੀ 'ਚ ਵੀ ਉਸ ਚੀਜ਼ ਨੂੰ ਲੈ ਕੇ ਆਈਏ, ਉੱਥੋਂ ਸਾਨੂੰ ਇੰਸਪੀਰੇਸ਼ਨ ਮਿਲੀ ਸੀਗੀ। ਮੈਮ ਤੁਹਾਡੇ ਤੋਂ ਵੀ ਜ਼ਰੂਰ ਪੁੱਛਣਾ ਚਾਹਾਂਗਾ ਕਿਉਂਕਿ ਆਰਟ ਦਾ ਇੱਕ ਵੱਖਰਾ ਪ੍ਰੋਫੈਸ਼ਨ ਆ, ਬਹੁਤ ਸਾਰੇ ਲੋਕ ਚੁਣਦੇ ਵੀ ਨੇ ਪਰ ਉਹ ਉੱਥੇ ਤੱਕ ਨਹੀਂ ਪਹੁੰਚ ਪਾਉਂਦੇ ਜੋ ਉਹਨਾਂ ਨੇ ਸੋਚਿਆ ਹੁੰਦਾ ਕਿ ਅਸੀਂ ਆਰਟ ਦੇ ਵਿੱਚ ਬਹੁਤ ਅੱਗੇ ਤੱਕ ਜਾਣਾ। ਤੁਸੀਂ ਜਦੋਂ ਤੁਹਾਡੇ ਦੋਨਾਂ ਦਾ ਜਿਹੜਾ ਤੁਸੀਂ ਪੇਂਟਿੰਗਸ ਤਿਆਰ ਕਰ ਰਹੇ ਹੋ ਤਾਂ ਦੋਨਾਂ ਦਾ ਨਾਮ ਸਾਹਮਣੇ ਆਇਆ, ਕਦੋਂ ਤੋਂ ਜਾਣਦੇ ਹੋ ਕਿ ਗਰੁੱਪ ਸੀ ਤੁਹਾਡਾ, ਕਿਸ ਤਰੀਕੇ ਦੇ ਨਾਲ ਮੁਲਾਕਾਤ ਹੋਈ ਸੀ? ਅਸੀਂ ਇੱਕ ਸਟੱਡੀ ਇਕੱਠੀ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਅਤੇ ਉਸ ਤੋਂ ਬਾਅਦ ਸਾਡੀ ਦੋਨਾਂ ਦੀ ਸੋਚ ਇਹ ਸੀਗੀ ਕਿ ਅਸੀਂ ਜੋਬ ਲਾਈਨ 'ਚ ਨਹੀਂ ਜਾਣਾ, ਅਸੀਂ ਆਪਣਾ ਖੁਦ ਦਾ ਕੰਮ ਕਰਨਾ ਚਾਹੁੰਦੇ ਸੀ। ਅਸੀਂ ਗਰੁੱਪ ਬਣਾਇਆ ਰੰਗ ਟੋਲਾ ਤੇ ਉਹਨੂੰ ਅਸੀਂ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਸੀਗੇ ਕਿ ਅਸੀਂ ਦੋਨੋਂ ਹੀ ਲੜਕੀਆਂ ਕੰਮ ਕਰਾਂਗੇ, ਓਨਰ ਦੋਨੋਂ ਹੀ ਆ ਤਾਂ ਅੱਗੇ ਲੜਕੀਆਂ ਨੂੰ ਅੱਗੇ ਲੈ ਕੇ ਆਵਾਂਗੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ। ਕਿਉਂਕਿ ਮੁੰਡੇ ਬਾਹਰ ਨਿਕਲ ਕੇ ਕੰਮ ਕਰ ਲੈਂਦੇ ਆ, ਬਾਹਰ ਰਹਿ ਲੈਂਦੇ ਆ, ਕੁੜੀਆਂ ਬਹੁਤ ਘੱਟ ਨਿਕਲਦੀਆਂ ਵੀ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਡਰ ਹੁੰਦਾ ਮਨ ਦੇ ਵਿੱਚ, ਪਤਾ ਨਹੀਂ ਕਿ ਵੀ ਕੁਛ ਗਲਤ ਨਾ ਹੋ ਜਾਏ ਨਾ ਮੁੰਡੇ ਨਾਲ, ਜੇ ਕੋਈ ਓਨਰ ਉਹਦਾ ਹੈਗਾ ਮੁੰਡਾ
ਤਾਂ ਵੀ ਕਿਵੇਂ ਕਰਾਂਗੇ ਵੀ ਕੀ ਮੇਰੇ ਨਾਲ ਕੁਝ ਗਲਤ ਤਾਂ ਨਹੀਂ ਹੋਊਗਾ। ਤੇ ਗਰੁੱਪ ਬਣਾਉਣ ਤੋਂ ਬਾਅਦ ਅਸੀਂ ਕੰਮ ਕੀਤਾ। ਸਭ ਤੋਂ ਪਹਿਲਾਂ ਅਸੀਂ ਜਿਵੇਂ ਇਸ ਟਾਈਪ ਦਾ ਕੰਮ ਕੀਤਾ ਤਾਂ ਕਿਲ੍ਹਾ ਮੁਬਾਰਕ ਪਟਿਆਲਾ 'ਚ ਕੀਤਾ ਇੱਥੇ ਕੰਮ। ਤੇ ਸਭ ਤੋਂ ਪਹਿਲਾਂ ਜਿਵੇਂ ਅਸੀਂ ਜਦੋਂ ਕੰਮ ਦੀ ਸ਼ੁਰੂਆਤ ਕੀਤੀ ਸੀ ਵਾਲ ਪੇਂਟਿੰਗਸ ਦੀ, ਉਹ ਪੰਚਕੂਲਾ ਆਰਮੀ ਏਰੀਆ ਦੇ ਵਿੱਚ ਸਕੂਲ ਦੇ ਵਿੱਚ ਕੰਮ ਕੀਤਾ ਸੀਗਾ ਅਸੀਂ। ਤੇ ਉਸ ਤੋਂ ਬਾਅਦ ਹੌਲੀ ਹੌਲੀ ਕੰਟੀਨਿਊ ਕਰਦੇ ਗਏ ਆਪਣਾ ਕ੍ਰਾਫਟ ਮੇਲਾ ਪਟਿਆਲੇ ਦਾ, ਉਹ ਖੁਦ ਸਾਰਾ ਡਿਜ਼ਾਈਨ ਕੀਤਾ ਸੀ। ਤੇ ਆਪਣੇ ਰਾਜਾ ਦੇ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਫੈਮਲੀਜ਼ ਦੇ ਸਾਰੇ 15 ਪੋਰਟਰੇਟ ਸੀਗੇ, ਉਹ ਸਾਰੇ ਖੁਦ ਅਸੀਂ ਰੀਟੱਚ ਕੀਤੇ ਆ। ਸਾਰੇ ਆਇਲ ਪੇਂਟਿੰਗਸ ਦੇ ਸੀਗੇ, ਉਹ ਸੀ ਕੋਈ 60 ਸਾਲ ਪੁਰਾਣੀ ਤੋਂ ਲੈ ਕੇ ਕੋਈ 100-150 ਸਾਲ ਪੁਰਾਣੀਆਂ ਤੱਕ ਸੀ। ਸਾਰੀਆਂ ਰੀਸਟੋਰ ਕੀਤੀਆਂ ਪੇਂਟਿੰਗ। ਤਾਂ ਜਿਹੜੀਆਂ ਵਾਲ ਪੇਂਟਿੰਗਸ ਦੇ ਉੱਪਰ ਆਪਣੇ ਮਿਊਰਲਸ ਸੀ, ਉਹ ਅਸੀਂ ਫਰੈਸਕੋ ਦੇ ਵਿੱਚ ਉਹ ਕੰਮ ਹੋਇਆ ਵਾ ਸੀ, ਸੇਮ ਟੈਕਨੀਕ ਦੇ ਵਿੱਚ ਅਸੀਂ ਉਹ ਰੀਸਟੋਰ ਕੀਤਾ ਖੁਦ ਸਟੋਨਸ ਤੋਂ ਕਲਰ ਰੈਡੀ ਕਰਕੇ। ਤੇ ਉਦੋਂ ਤੋਂ ਅਸੀਂ ਕੰਟੀਨਿਊ ਕਰਦੇ ਆ ਰਹੇ ਹਾਂ, ਕਾਫੀ ਜਗ੍ਹਾ ਤੇ ਕੰਮ ਕਰ ਚੁੱਕੇ ਹਾਂ। ਤੇ ਅਸੀਂ ਆਪਣੇ ਗਰੁੱਪ ਨੂੰ ਹੀ ਰਿਪਰੈਜ਼ੈਂਟ ਕਰਨਾ ਚਾਹੁੰਦੇ ਸੀ, ਗਰੁੱਪ ਆਫ ਕਲਰਸ ਜਿਵੇਂ ਹੋ ਗਿਆ ਰੰਗਟੋਲਾ ਨਾ, ਤੇ ਉਹਨੂੰ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਸੀ ਇਸ ਚੀਜ਼ ਨੂੰ ਲੈ ਕੇ ਹੀ। ਤੇ ਕਾਫੀ ਟਾਈਮ ਹੋ ਗਿਆ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ। ਤੇ ਜਿਹੜੇ ਇਹ ਡਰ ਕੇ ਨਹੀਂ ਨਿਕਲਦੇ, ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ, ਕੰਮ ਮਿਲੂਗਾ ਕਿ ਨਹੀਂ ਮਿਲੂਗਾ, ਕਿੰਨਾ ਕੁ ਮਿਲੂਗਾ, ਕਿ ਅਸੀਂ ਆਪਦਾ ਡੇਲੀ ਲਾਈਫ ਜੋ ਵੀ ਐਕਸਪੈਂਸਿਸ ਹੈਗੇ ਉਹ ਆਪਦੇ ਕੱਢ ਲਵਾਂਗੇ ਕਿ ਨਹੀਂ। ਪਰ ਉਹਦੇ ਲਈ ਮਿਹਨਤ ਕਰਨੀ ਪੈਣੀ ਹੈ, ਘਰੋਂ ਬਾਹਰ ਨਿਕਲਣਾ ਹੀ ਪਏਗਾ, ਕੰਮ ਮੰਗਣਾ ਪਏਗਾ। ਕੰਮ ਕੋਈ ਆ ਕੇ ਤੁਹਾਨੂੰ ਘਰੇ ਬੈਠੇ ਨੂੰ ਦਿੰਦਾ ਨਹੀਂ ਕੰਮ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕੰਮ ਲੋਕ ਦੇਖ ਲੈਂਦੇ ਆ, ਉਹਦੇ ਪਿੱਛੇ ਇਹਨਾਂ ਨੂੰ 15 ਸੈਕਿੰਡ ਦੀ ਰੀਲ ਦੇ ਵਿੱਚ ਲੋਕਾਂ ਨੂੰ ਮਿਹਨਤ ਨਹੀਂ ਪਤਾ ਲੱਗਦੀ ਕਿੰਨੀ ਹੁੰਦੀ ਹੈ। ਉਹ 15 ਸੈਕਿੰਡ ਦਾ ਹੀ ਆਰਡਰ ਰਹਿ ਗਿਆ ਲੋਕਾਂ ਲਈ ਅੱਜ ਕੱਲ੍ਹ, ਤੇ ਉਹਦੇ ਪਿੱਛੇ ਲੋਕਾਂ ਨੂੰ ਨਹੀਂ ਮਿਹਨਤ ਪਤਾ ਲੱਗਦੀ। ਪਰ ਜੇ ਤੁਸੀਂ ਮਿਹਨਤ ਕਰਨੀ ਆ, ਤੁਸੀਂ ਆਪਦਾ ਕਮਾਉਣਾ ਚਾਹੁੰਦੇ ਆ, ਫ੍ਰੀਲਾਂਸ 'ਚ ਵੀ ਕਮਾਈ ਹੁੰਦੀ ਆ, ਜ਼ਰੂਰੀ ਨਹੀਂ ਹੈ ਕਿ ਜੌਬ ਲਾਈਨ 'ਚ ਹੀ ਕਮਾਈ ਹੈਗੀ ਆ। ਫ੍ਰੀਲਾਂਸ 'ਚ ਕਮਾਈ ਹੈਗੀ ਆ, ਮਿਹਨਤ ਕਰਨੀ ਪਏਗੀ। ਜਿੰਨੀ ਆਪਾਂ ਮਿਹਨਤ ਕਰਾਂਗੇ ਉਨੀ ਕਮਾਈ ਵੀ ਹੋ ਜੂ। ਅੱਛਾ, ਮੈਨੂੰ ਇਹ ਦੱਸੋ, ਅੱਜ ਜਦੋਂ ਪੇਂਟਿੰਗਸ ਤੁਸੀਂ ਬਣਾ ਛੱਡੀਆਂ ਉਸ ਤੋਂ ਬਾਅਦ ਤਾਂ ਸੁਰਖੀਆਂ ਦੇ ਵਿੱਚ ਵੀ ਆਈਆਂ ਨੇ, ਚਰਚਾ ਵੀ ਕਾਫੀ ਹੋ ਰਹੀ ਹੈ ਕਿ 2 ਕੁੜੀਆਂ ਦੇ ਵੱਲੋਂ ਪੇਂਟਿੰਗਸ ਸੋਨੇ ਅਤੇ ਚਾਂਦੀ ਦੇ ਨਾਲ ਤਿਆਰ ਕੀਤੀਆਂ ਗਈਆਂ ਨੇ। ਤੁਹਾਡੇ ਜ਼ਿਹਨ ਦੇ ਵਿੱਚ ਕਿੰਨੇ ਮਹੀਨੇ ਪਹਿਲਾਂ ਆਇਆ ਸੀ ਇਹ ਆਈਡੀਆ, ਜਾਂ ਫਿਰ ਕਈ ਸਾਲ ਹੋ ਗਏ, 2 ਸਾਲ ਪਹਿਲਾਂ, 1 ਸਾਲ ਪਹਿਲਾਂ? ਨਹੀਂ, ਆਪਣਾ ਕਿਲੇ 'ਚ ਜਿਹੜਾ ਕੰਮ ਕੀਤਾ ਸੀਗਾ ਉਹਨੂੰ 2 ਸਾਲ ਹੋ ਗਿਆ। ਤੇ ਉਹ ਕੰਮ ਕਰਦੇ ਕਰਦੇ ਉੱਥੋਂ ਹੀ ਮਤਲਬ ਜਦੋਂ ਵੀ ਤੁਸੀਂ ਕੋਈ ਪੁਰਾਣੇ ਆਰਟ ਦੇਖਦੇ ਹੋ ਜਾਂ ਕਿਸੇ ਕਲਾਕਾਰ ਦਾ ਕੰਮ ਵੇਖਦੇ ਹੋ, ਤੁਹਾਨੂੰ ਉੱਥੋਂ ਹੋਰ ਨਵੇਂ ਆਈਡੀਆਜ਼ ਮਿਲਦੇ ਆ ਨਾ। ਤੇ ਉੱਥੋਂ ਹੀ ਸਾਨੂੰ ਆਈਡੀਆਜ਼ ਮਿਲੇ ਸੀ ਕਿ ਆਪਾਂ ਕੰਮ ਕਰਦੇ ਹਾਂ, ਮਤਲਬ ਇਹਨੂੰ ਕੁਝ ਨਵੇਂ ਤਰੀਕੇ ਨਾਲ ਲੈ ਕੇ ਆਉਂਦੇ ਹਾਂ ਲੋਕਾਂ ਕੋਲ। ਤੇ ਜਿੱਥੇ ਆਪਣਾ ਆਰਟ ਬਚਿਆ ਵੀ ਰਹਿ ਜੂਗਾ ਤੇ ਕੁਝ ਲੋਕਾਂ ਨੂੰ ਨੌਲੇਜ ਮਿਲੂਗੀ ਪੁਰਾਣੇ ਕਲਾ ਦੀ ਨਾ। ਕਿਉਂਕਿ ਜਿਹੜਾ ਹੁਣ ਕੰਧਾਂ 'ਤੇ ਬਣਿਆ ਹੋਇਆ, ਹੁਣ ਤਾਂ ਆਪਣੀ ਜਿਹੜੀ ਗਵਰਨਮੈਂਟ ਉਹ ਤਾਂ ਵਾਈਟ ਵਾਸ਼ ਕਰਾ ਰਹੀ ਹੈ, ਉਹ ਅਸੀਂ ਆਰਟਿਸਟ ਦੇ ਲੈਵਲ 'ਤੇ ਅਸੀਂ ਹੁਣ ਕਿੰਨਾ ਕੁ ਉਹਨੂੰ ਪ੍ਰੀਜ਼ਰਵ ਕਰਕੇ ਰੱਖ ਸਕਦੇ ਹਾਂ। ਆਪਦੇ ਲੈਵਲ 'ਤੇ ਉਹਨੂੰ ਅਸੀਂ ਕਹਿ ਸਕਦੇ ਹਾਂ, ਤੇ ਰੱਖਣਾ ਨਾ ਰੱਖਣਾ ਉਹਨਾਂ ਦੇ ਹੱਥ 'ਚ। ਜੇ ਰੱਖਿਆ ਜਾਊਗਾ ਤੇ ਸਾਨੂੰ ਉਹਦੇ 'ਚ ਹੋਰ ਕੁਝ ਨਵਾਂ ਸਿੱਖਣ ਨੂੰ ਮਿਲ ਜੂ। ਕਿਉਂਕਿ ਜਿਹੜਾ ਨਾ ਪੁਰਾਣਾ ਆਰਟ ਹੋਇਆ ਉੱਥੇ ਉਹਦੇ ਬਹੁਤ ਕੁਝ ਸਟੋਰੀਆਂ ਆਪਣੀ ਸਿੱਖ ਆਰਟ ਨੂੰ ਲੈ ਕੇ, ਹਿੰਦੂਇਜ਼ਮ ਨੂੰ ਲੈ ਕੇ, ਤੇ ਬਹੁਤ ਸਾਰੇ ਆਪਣੇ ਜਿਹੜੇ ਹੈਗੇ ਰਿਲੀਜਨਸ ਨੂੰ ਲੈ ਕੇ, ਹਾਂਜੀ, ਉੱਥੇ ਪੇਂਟਿੰਗਸ ਬਣੀਆਂ ਹੋਈਆਂ। ਤੇ ਸਾਨੂੰ ਉੱਥੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ। ਕਿਉਂਕਿ ਹੁਣ ਥਿਓਰੈਟੀਕਲੀ ਨੌਲੇਜ 'ਚ ਤਾਂ ਸਭ ਕੁਝ ਚੇਂਜ ਕੀਤਾ ਜਾ ਰਿਹਾ, ਧਰਮਾਂ 'ਚ ਵੀ ਸਭ ਕੁਝ ਚੇਂਜ ਹੋ ਰਿਹਾ, ਪਰ ਜਿਹੜਾ ਹੁਣ ਪੁਰਾਣਾ ਕੰਧਾਂ 'ਤੇ ਹੋਇਆ ਉੱਥੇ ਉਹ ਚੇਂਜ ਨਹੀਂ ਕਰ ਸਕਦੇ ਸੀਗੇ। ਤੇ ਉਹਨਾਂ ਨੂੰ ਹੁਣ ਵਾਈਟ ਵਾਸ਼ ਕਰੀ ਜਾਂਦੇ ਆ। ਤੇ ਸਾਨੂੰ ਜਿੰਨਾ ਕੁ ਅਸੀਂ ਰੱਖ ਸਕਦੇ ਸੀਗੇ ਰੱਖ ਲਿਆ, ਆਪਦੇ ਕੋਲ ਫੋਟੋਜ਼ ਕੀਤੀਆਂ, ਹੋਰ ਵੀ ਇਹ ਚੀਜ਼ਾਂ। ਤੇ ਅਸੀਂ ਉੱਥੋਂ ਹੀ ਉਸ ਚੀਜ਼ ਨੂੰ ਕੰਟੀਨਿਊ ਕਰਨ ਦਾ ਮਤਲਬ ਸੋਚ ਲਿਆ ਸੀ ਕਰਨਾ ਇਹਨੂੰ। ਅੱਛਾ, ਮੈਂ ਤੁਹਾਨੂੰ ਪੁੱਛਦਾ, ਤੁਸੀਂ ਜਦੋਂ ਇਹ ਜ਼ਿਹਨ ਦੇ ਵਿੱਚ ਆਇਆ ਕਿ ਸੋਨੇ ਅਤੇ ਚਾਂਦੀ ਦਾ ਆਪਾਂ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਨਾਲ ਪੇਂਟਿੰਗਸ ਬਣਾਉਣੇ, ਉਦੋਂ ਫੈਮਿਲੀ ਦੇ ਨਾਲ ਵੀ ਤੁਸੀਂ ਜ਼ਿਕਰ ਕੀਤਾ ਹੋਣਾ ਕਿ ਆਈਡੀਆ ਅਸੀਂ ਇਸ ਤਰੀਕੇ ਦੇ ਨਾਲ ਵੱਖਰਾ ਕੁਝ ਕਰਨਾ ਚਾਹੁੰਦੇ ਹਾਂ। ਫੈਮਿਲੀ ਦਾ ਕੀ ਰਿਐਕਸ਼ਨ ਸੀ? ਕਿ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਵਿਆਹਾਂ ਦੇ ਲਈ ਬਚਿਆ ਰਹਿ ਜੇ ਉਹੀ ਬਹੁਤ ਹੈ? ਕਿਸ ਤਰ੍ਹਾਂ ਦਾ ਰਿਐਕਸ਼ਨ? ਫੈਮਿਲੀ ਨੂੰ ਹੁੰਦਾ, ਕਿਉਂਕਿ ਉਹਨਾਂ ਨੂੰ ਉਨੀ ਸਮਝ ਨਹੀਂ ਹੈਗੀ। ਅਸੀਂ ਤਾਂ ਉੱਥੇ ਰਹਿ ਕੇ ਦੇਖਿਆ, ਸਾਨੂੰ ਪਤਾ ਵੀ ਕਿੰਨਾ ਲੱਗ ਜਾਏਗਾ, ਕਿੰਨੀ ਮਿਹਨਤ ਹੋਏਗੀ ਨਾ। ਤੇ ਪਹਿਲਾਂ ਤਾਂ ਹੁੰਦਾ ਸੀ ਉਹਨਾਂ ਨੂੰ ਕਿਉਂ ਯੂਜ਼ ਕਰਨਾ, ਪਤਾ ਨਹੀਂ ਕਦਰ ਪਾਊਗੀ ਕਿ ਨਹੀਂ, ਖਰੀਦਣਗੇ ਲੋਕ ਜਾਂ ਨਹੀਂ ਖਰੀਦਣਗੇ। ਬਟ ਹਾਂ, ਉਹ ਜਿਹੜੀਆਂ ਅਸੀਂ ਪੇਂਟਿੰਗਸ ਬਣਾਉਂਦੇ ਹਾਂ ਜਾਂ ਉਹ ਅਸੀਂ ਖੁਦ ਲਈ ਤਿਆਰ ਕਰਦੇ ਹਾਂ ਵੀ ਐਗਜ਼ੀਬਿਸ਼ਨਸ ਅੱਗੇ ਲਗਾ ਸਕੀਏ ਨਾ, ਆਪਦੇ ਲਈ ਰੈਡੀ ਕਰਦੇ ਹਾਂ। ਜੇ ਕਿਸੇ ਨੂੰ ਪਸੰਦ ਆਉਂਦੀ ਹੈ ਉਹ ਖਰੀਦ ਵੀ ਲੈਂਦਾ। ਤੇ ਪਹਿਲਾਂ ਤਾਂ ਉਹਨਾਂ ਨੂੰ ਹੁੰਦਾ ਸੀ ਵੀ ਕਿਉਂ ਖਰਚਾ ਕਰ ਰਹੇ ਹੋ, ਕਿ ਇਹ ਚੀਜ਼ਾਂ ਦਾ ਆਰਟ ਮਟੀਰੀਅਲ ਕਿਉਂ ਲੈਂਦੇ ਆ, ਐਵੇਂ ਇਕੱਠਾ ਕਰੀ ਜਾਂਦੇ ਆ। ਹੁਣ ਉਹ ਸਮਝਦੇ ਆ, ਉਹਨਾਂ ਨੂੰ ਇੱਜ਼ਤ ਹੈਗੀ ਆ ਕਲਾ ਦੀ, ਉਹਨਾਂ ਨੂੰ ਰਿਸਪੈਕਟ ਹੈ, ਉਹ ਕਰਦੇ ਆ, ਐਪਰੀਸ਼ੀਏਟ ਕਰਦੇ ਆ ਕੰਮ ਨੂੰ, ਬਹੁਤ ਐਪਰੀਸ਼ੀਏਟ ਕਰਦੇ ਆ। ਖੁਦ ਲੋਕਾਂ ਅੱਗੇ ਦੱਸਦੇ ਆ ਕਿ ਸਾਡੀਆਂ ਬੇਟੀਆਂ ਇਹ ਕੰਮ ਕਰਦੀਆਂ, ਤੇ ਮਿਹਨਤ ਵਾਲਾ ਕੰਮ ਹੈ, ਉਹ ਦੱਸਦੇ ਆ, ਮਿਹਨਤ ਦਾ ਮੁੱਲ ਪੈਂਦਾ। ਅੱਛਾ, ਮੈਨੂੰ ਇਹ ਦੱਸੋ, ਤੁਸੀਂ ਕਿਹਾ ਕਿ ਅਸੀਂ ਖੁਦ ਤੋਂ ਜਿਹੜਾ ਆਪਣਾ ਕੰਮ ਕਰਨਾ ਚਾਹੁੰਦੇ ਸੀ, ਕੋਈ ਵੀ ਕੰਮ ਹੋਵੇ, ਛੋਟਾ ਹੋਵੇ ਵੱਡਾ ਹੋਵੇ, ਕਹਿੰਦੇ ਸ਼ੁਰੂਆਤ ਦੇ ਵਿੱਚ ਜ਼ਰੂਰ ਉਹ ਔਖੀ ਘੜੀ ਹੁੰਦੀ ਹੈ। ਇੱਕ ਵਾਰ ਤੁਹਾਨੂੰ ਕਈ ਵਾਰ ਇਹ ਵੀ ਜ਼ਿਹਨ ਦੇ ਵਿੱਚ ਆ ਜਾਂਦਾ ਕਿੱਥੇ ਪੰਗਾ ਲੈ ਲਿਆ, ਵਾਪਸ ਆ ਜਾਈਏ। ਚਲੋ, ਉਮੀਦ ਕਰਦੇ ਹਾਂ ਕਿ ਅੱਗੇ ਵੱਧਦੇ ਜਾਵੋ ਤੁਸੀਂ, ਜਿਸ ਤਰ੍ਹਾਂ ਅੱਜ ਸੁਰਖੀਆਂ ਦੇ ਵਿੱਚ ਇਸੇ ਤਰ੍ਹਾਂ ਬਣਦੇ ਰਹੋ। ਪਰ ਸਵਾਲ ਮੈਨੂੰ ਜਿਹੜਾ ਮੈਂ ਪੁੱਛਣ ਲੱਗਿਆ, ਤੁਸੀਂ ਮੈਨੂੰ ਇਹ ਦੱਸੋ ਕਿ ਬਹੁਤ ਸਾਰੇ ਜਿਹੜੇ ਲੋਕ ਇਹ ਦੇਖਣਗੇ ਉਹਨਾਂ ਦੇ ਮਨਾਂ ਦੇ ਵਿੱਚ, ਕਿਉਂਕਿ ਆਪਾਂ ਸੋਨਾ ਅਤੇ ਚਾਂਦੀ ਦਾ ਜ਼ਿਕਰ ਕਈ ਵਾਰ ਕਰਤਾ, ਉਹ ਵੀ ਸੋਚ ਰਹੇ ਹੋਣੇ ਖਰਚਾ ਜਿਹੜਾ ਆਇਆ ਸੀਗਾ ਸ਼ੁਰੂਆਤ ਦੇ ਵਿੱਚ ਜੋ ਤੁਸੀਂ ਉਹ ਵਰਤਿਆ ਹੋਣਾ, ਕਿੰਨਾ ਕੁ ਸੋਨਾ ਇੱਕ ਪੇਂਟਿੰਗ 'ਤੇ ਲੱਗਦਾ, ਜਾਂ ਫਿਰ ਚਾਂਦੀ ਦਾ ਇਸਤੇਮਾਲ ਜਿਹੜਾ ਤੁਸੀਂ ਇੱਕ ਪੇਂਟਿੰਗ ਦੇ ਲਈ ਕਰਦੇ ਹੋ, ਜਾਂ ਫਿਰ ਉਹ ਜਿਹੜਾ ਇੱਕ ਵਾਰ ਤੁਸੀਂ ਲੈ ਕੇ ਆਉਣੇ ਉਸ ਦੇ ਨਾਲ ਕਈ ਪੇਂਟਿੰਗਾਂ ਤਿਆਰ ਹੋ ਜਾਂਦੀਆਂ? ਹਾਂਜੀ, ਬਲਕ 'ਚ ਚੀਜ਼ਾਂ ਮੰਗਵਾਉਣੀਆਂ ਪੈਂਦੀਆਂ, ਤਾਂ ਹੀ ਸਾਨੂੰ ਵੀ ਥੋੜ੍ਹਾ ਉੱਥੇ
ਸਸਤਾ ਮਿਲਦਾ। ਜੇ ਅਸੀਂ ਵੀ ਇੱਕ ਦੋ ਚੀਜ਼ ਮੰਗਾਵਾਂਗੇ ਉਹਨਾਂ ਨੇ ਸਾਨੂੰ ਉਹੀ ਕੋਸਟ ਮਹਿੰਗੀ ਪੈਂਦੀ ਆ। ਤੇ ਕਸਟਮਰ ਤੇ ਡਿਪੈਂਡ ਕਰਦਾ ਕਿ ਉਹਨੇ ਸਾਰਾ ਹੀ 골ਡ ਲਵਾਉਣਾ ਜਾਂ ਸਾਰਾ ਹੀ ਸਿਲਵਰ ਲਵਾਉਣਾ ਜਾਂ ਸਿਰਫ ਕਲਰ ਨਾਲ ਹੀ ਕੰਮ ਕਰਨਾ ਨਾ। ਤੇ ਜਿਹੜੇ ਪੁਰਾਣੇ ਟੈਕਨੀਕਸ ਨੇ ਉਹਨਾਂ ਨੂੰ ਐਕਚੁਅਲੀ ਉਹ ਪੁਰਾਣੇ ਟੈਕਨੀਕਸ ਦਾ ਮਹਿੰਗਾ ਹੋਣ ਦਾ ਰੀਜ਼ਨ ਇਹੀ ਕਿਉਂਕਿ ਉਹਨਾਂ ਨੂੰ ਬਣਾਉਣਾ ਹੀ ਬਹੁਤ ਔਖਾ। ਜਿਹੜੇ ਪੁਰਾਣੇ ਆਰਟਿਸਟ ਸੀਗੇ ਉਹਨਾਂ ਨੂੰ ਹੁਣ ਇੱਕ ਕਲਰ ਰੈਡੀ ਕਰਨ 'ਚ ਮਹੀਨਾ ਲੱਗ ਜਾਂਦਾ ਸੀ ਕਿਉਂਕਿ ਕਲਰਸ ਘੋਟਣੇ ਪੈਂਦੇ ਆ। ਹੁਣ ਜਿਹੜੇ ਕੈਮੀਕਲ ਵਾਲੇ ਕਲਰ ਆ ਉਹ 'ਚ ਪਾਣੀ ਪਾਇਆ ਜਾਂ ਆਇਲ ਪਾਇਆ ਰੈਡੀ ਮਿਲਦੇ ਆ ਨਾ, ਉਹ ਉਸ ਚੀਜ਼ ਨੂੰ ਲੈ ਕੇ ਤੇ ਉਹ ਵੀ ਬਹੁਤ ਮਹਿੰਗੇ ਆ। ਤੇ ਜਿਹੜੇ ਓਰੀਜਨਲ ਕਲਰ ਸੀਗੇ, ਜਿਹੜੇ ਪਿਗਮੈਂਟਸ ਜਿਹੜੇ ਪਹਿਲਾਂ ਆਰਟਿਸਟ ਯੂਜ਼ ਕਰਦੇ ਸੀਗੇ, ਉਹਦੀ ਤਾਂ ਮਤਲਬ ਤੁਸੀਂ ਮਿਹਨਤ ਪੁੱਛੋ ਹੀ ਨਾ। ਤੇ ਉਹ ਐਕਚੁਅਲੀ ਉਹਨਾਂ ਕਲਰਸ 'ਚ ਪੋਇਜ਼ਨ ਵੀ ਹੁੰਦਾ ਜੀ, ਜਿਹੜਾ ਤੁਹਾਡੀ ਅੱਖਾਂ ਲਈ ਜਾਂ ਤੁਹਾਡੇ ਅਗਰ ਅੰਦਰ ਵੀ ਚਲਾ ਗਿਆ ਤਾਂ ਤੁਹਾਨੂੰ ਬਹੁਤ ਮਤਲਬ ਤੁਹਾਡੇ ਲਈ ਹੈਲਥ ਲਈ ਚੀਜ਼ ਖਰਾਬ ਹੈ ਨਾ ਉਹ। ਸੋ ਸਾਨੂੰ ਬਹੁਤ ਜ਼ਿਆਦਾ ਦੇਖਣੀਆਂ ਪੈਂਦੀਆਂ। ਤੇ 골ਡ ਸਿਲਵਰ ਦਾ ਇਹ ਕਿ ਪਰਚੇਜ਼ਿੰਗ 'ਚ ਸਾਨੂੰ ਠੀਕ ਪੈਂਦਾ, ਬਾਕੀ ਕਸਟਮਰ 'ਤੇ ਡਿਪੈਂਡ ਕਰਦਾ ਕਿ ਉਹਨੂੰ ਕਿੰਨਾ ਕੁ ਮੋਟਾ ਜਾਂ ਕਿੰਨਾ ਕੁ ਪਤਲਾ 골ਡ ਜਾਂ ਸਿਲਵਰ ਲਵਾਉਣਾ। ਐਕਚੁਅਲੀ ਉਹਦੀ ਮੇਕਿੰਗ ਜਾਂ ਜਿਹੜਾ ਤੁਸੀਂ ਬਣਾਉਂਦੇ ਹੋ ਨਾ, ਉਹਨੂੰ ਪੇਸਟ ਕਰਦੇ ਹੋ, ਉਹ ਸਭ ਤੋਂ ਔਖਾ ਲਗਾਉਣ ਦਾ ਤਰੀਕਾ, ਉਹ ਸਭ ਤੋਂ ਜ਼ਿਆਦਾ ਔਖਾ। ਤਾਂ ਹੀ ਉਹਦੀ ਕੋਸਟ ਇੰਨੀ ਮਹਿੰਗੀ ਆ। 골ਡ ਦਾ ਦੇਖੋ ਤੁਸੀਂ ਚਾਂਦੀ ਜਿਹੜਾ ਵਰਕ ਆ ਲੋਕਾਂ ਨੂੰ ਪਤਾ ਹੀ ਆ, ਸਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਮਿਠਾਈਆਂ ਤੇ ਲੱਗਦਾ ਨਾ, ਤੇ ਕਿੰਨੀ ਕੀ ਕੋਸਟ ਹੈ ਉਹਦੀ ਪਤਾ। ਉਹ ਸਭ ਨਾਲ 골ਡ ਦੀ ਕੀ ਉਹ ਸਭ ਨਾਲ ਅੰਦਾਜ਼ਾ ਲਾ ਲੈਂਦੇ ਆ ਲੋਕ, ਇੰਨੇ ਪਾਗਲ ਨਹੀਂ ਹੈਗੇ ਨਾ, ਇਹਨਾਂ ਨੂੰ ਨੌਲੇਜ ਹੁੰਦੀ ਆ 골ਡ ਦਾ ਰੇਟ ਕੀ ਆ ਤੇ ਉਹ ਫੋਇਲ ਆ ਤਾਂ ਫੋਇਲ ਦਾ ਕੀ ਹੋਊਗਾ। ਐਕਚੁਅਲੀ ਜਿਹੜਾ ਉਹਦਾ ਰੇਟ ਦਾ ਮੁੱਲ ਆ ਉਹਦੀ ਲਗਾਉਣ ਦਾ ਹੀ ਆ। ਤੁਸੀਂ ਉਹਨੂੰ ਪੇਸਟ ਕਿਵੇਂ, ਤੁਸੀਂ ਇੱਕ ਉਹਨੂੰ ਫੋਰਮ ਕਿਵੇਂ ਦੇ ਰਹੇ ਹੋ। ਫੋਇਲ ਤੁਹਾਨੂੰ ਸਕੁਅਰ ਸ਼ੇਪ 'ਚ ਹੀ ਮਿਲ ਰਿਹਾ, ਉਹਨੂੰ ਇੰਨੀ ਸੋਹਣੀ ਤੁਸੀਂ ਕੋਈ ਵੀ ਤੁਸੀਂ ਜਾਂ ਫਿਗਰ ਲੈ ਰਹੇ ਹੋ ਜਾਂ ਕੁਛ ਵੀ ਕੋਈ ਐਨੀਮਲ ਹੀ ਬਣਾ ਰਹੇ ਹੋ, ਉਹਨੂੰ ਫੋਰਮ ਕਿਵੇਂ ਦੇਣੀ ਆ, ਉਹਦਾ ਤਰੀਕਾ ਉਹੀ ਤਾਂ ਔਖਾ ਹੈ, ਉਹਦੀ ਤਾਂ ਅਸੀਂ ਮੁੱਲ ਲੈ ਰਹੇ ਹਾਂ ਲੋਕਾਂ ਤੋਂ। ਅੱਛਾ, ਮੈਨੂੰ ਇਹ ਦੱਸੋ, ਤੁਸੀਂ ਪੇਂਟਿੰਗਸ ਕਈ ਮੈਂ ਵੀ ਵੇਖੀਆਂ, ਕਈ ਪੇਂਟਿੰਗਸ ਤਿਆਰ ਕੀਤੀਆਂ ਨੇ। ਜੇਕਰ ਮੈਂ ਇੱਕ ਪੇਂਟਿੰਗ ਦਾ ਜ਼ਿਕਰ ਕਰਾਂ ਜਿਸ ਦੇ ਵਿੱਚ ਤੁਸੀਂ ਸੋਨੇ ਦਾ ਇਸਤੇਮਾਲ ਕੀਤਾ, ਕਿੰਨੇ ਘੰਟੇ ਜਾਂ ਫਿਰ ਕਿੰਨੇ ਦਿਨਾਂ ਦੇ ਵਿੱਚ ਇੱਕ ਪੇਂਟਿੰਗ ਤਿਆਰ ਹੁੰਦੀ ਹੈ? ਜਿਹੜੀਆਂ ਕਿ ਮਿਨੀਏਚਰ ਪੇਂਟਿੰਗਸ ਆ, ਇਹਦੇ ਲਈ ਸਿਟਿੰਗ ਬਹੁਤ ਜ਼ਰੂਰੀ ਆ। ਕਾਫੀ ਟਾਈਮ ਲੱਗ ਜਾਂਦਾ ਕਈ ਪੇਂਟਿੰਗਸ ਨੂੰ, ਜਿਵੇਂ ਉਹਨਾਂ ਥੋੜਾ ਕੰਮ ਹੁੰਦਾ ਸਿਟਿੰਗ ਦੇ ਵਿੱਚ, ਜਿੰਨਾ ਟਾਈਮ ਮਿਲਦਾ। ਜਿਹੜੇ ਪਰਸਨਲ ਪੇਂਟਿੰਗਸ ਅਸੀਂ ਖੁਦ ਆਪਣੇ ਲਈ ਰੈਡੀ ਕਰਦੇ ਹਾਂ, ਉਹ ਕਈ ਪੇਂਟਿੰਗਸ ਤਾਂ ਇੱਕ ਪੇਂਟਿੰਗ ਨੂੰ ਮਹੀਨਾ ਵੀ ਲੱਗ ਜਾਂਦਾ। ਕਈ ਪੇਂਟਿੰਗਸ ਹੁੰਦੀਆਂ ਥੋੜੇ ਦਿਨਾਂ 'ਚ ਵੀ ਹੋ ਜਾਂਦੀਆਂ, ਟਾਈਮ ਕੰਜ਼ਿਊਮਿੰਗ ਹੁੰਦੀਆਂ। ਮਿਨੀਏਚਰ ਆਰਟ ਨੂੰ ਉਹ ਆਪਣਾ ਹੈ ਹੀ ਲਘੂ ਚਿੱਤਰ, ਜਿਹੜਾ ਸਭ ਤੋਂ ਬਰੀਕ ਕੰਮ ਤੇ ਛੋਟਾ ਕੰਮ ਉਹਨੂੰ ਹੀ ਕਹਿੰਦੇ ਆ, ਜਿਹੜਾ ਕਿ ਆਪਣਾ ਇੰਡੀਅਨ ਆਰਟ ਹੈ ਇਹ। ਤੇ ਇਹ ਟਾਈਮ ਕੰਜ਼ਿਊਮਿੰਗ ਹੈਗੀਆਂ ਪੇਂਟਿੰਗਾਂ, ਇਹਨਾਂ ਨੂੰ ਟਾਈਮ ਜ਼ਰੂਰ ਲੱਗਦਾ, ਤਾਂ ਹੀ ਕਰਕੇ ਇਹਨਾਂ ਦਾ ਮੁੱਲ ਜ਼ਿਆਦਾ ਹੁੰਦਾ। ਤੇ 골ਡ ਲਗਾਉਣਾ ਵੀ ਉਸ 'ਚ ਵੀ ਟਾਈਮ ਕੰਜ਼ਿਊਮਿੰਗ ਹੈਗਾ ਬਹੁਤ ਜ਼ਿਆਦਾ, ਮਤਲਬ ਕੁਛ ਸੈਕਿੰਡ ਦੇ ਵਿੱਚ ਲਗਾਉਣਾ ਪੈਂਦਾ। ਤੇ ਜਦੋਂ ਉਹਨੂੰ ਲਗਾਉਣੇ ਆ ਤਾਂ ਕੁਛ ਆਪਣੇ ਸਾਹ ਨਾਲ ਹੀ ਉੱਡ ਜਾਂਦਾ, ਉਹਦੀ ਵੇਸਟੇਜ ਵੀ ਬਹੁਤ ਜ਼ਿਆਦਾ। ਤੇ ਸਾਨੂੰ ਤਾਂ ਉਹਦਾ ਚਾਹੀਦਾ, ਹੁਣ ਜਿਵੇਂ ਹੱਥ ਨਾਲ ਫੜਦੇ ਆ, ਜਦੋਂ ਉਹਨੂੰ ਲਗਾਉਣ ਲੱਗਦੇ ਆ, ਕੁਛ ਸਾਡੇ ਹੱਥ ਨਾਲ ਲੱਗਿਆ ਰਹਿੰਦਾ, ਉਹ ਨਿਕਲਦਾ ਨਹੀਂ ਫਿਰ ਉਹ 골ਡ, ਉਹ ਸਾਰਾ ਵੇਸਟੇਜ ਹੈ। 골ਡ ਦੀ ਵੇਸਟੇਜ ਵੀ ਕਾਫੀ ਜ਼ਿਆਦਾ ਹੁੰਦੀ ਹੈ ਪੇਂਟਿੰਗ ਦੇ ਵਿੱਚ। ਵੇਸਟੇਜ ਤਾਂ ਹੈਗੀ, ਪਰ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਜਦੋਂ ਸੋਹਣਾ ਲੱਗ ਗਿਆ ਕੱਢਣਾ ਕਿਉਂ ਆ? ਨਹੀਂ, ਕੱਢਣਾ ਨਹੀਂ ਗਾ, ਮਤਲਬ ਜਦੋਂ ਉੱਡ ਜਾਂਦਾ ਉਹ ਤਾਂ ਉਹਦੀ ਵੇਸਟੇਜ ਆ, ਉਹ ਤਾਂ ਫਿਰ ਕੋਈ ਸਾਡੇ ਲਈ ਵੀ ਯੂਜ਼ ਨਹੀਂ ਰਹਿੰਦਾ ਗਾ, ਉਸ ਚੀਜ਼ ਦੀ ਵੇਸਟੇਜ ਕਹਿ ਰਹੀ ਹਾਂ ਮੈਂ ਤਾਂ। ਤੇ ਇੱਕ ਆਰਟਿਸਟ ਜਾਂ ਫਿਰ ਮੈਂ ਕਲਾ ਦਾ ਜ਼ਿਕਰ ਕਰਾਂ, ਵੱਖਰਾ ਆਰਟਿਸਟ ਦਾ ਤਰੀਕਾ ਹੁੰਦਾ। ਤੁਸੀਂ ਕਿਹਾ ਕਿ ਮਹੀਨਾ ਵੀ ਲੱਗ ਜਾਂਦਾ। ਜੇਕਰ ਮੈਂ ਕਿਸੇ ਰਾਈਟਰ ਦੀ ਗੱਲ ਕਰਾਂ, ਜਦੋਂ ਕੁਝ ਵੀ ਲਿਖਣ ਲੱਗਦੇ ਨੇ, ਕਵਿਤਾ ਹੋਵੇ ਜਾਂ ਫਿਰ ਕੋਈ ਵੀ ਸੌਂਗ ਹੋਵੇ ਜਾਂ ਫਿਰ ਕੁਝ ਵੀ ਸ਼ਾਇਰੀ ਵਗੈਰਾ ਲਿਖਣ ਲੱਗਦੇ ਨੇ, ਤਾਂ ਉਹ ਜਦੋਂ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਇਹ ਉੱਠਦੇ ਨੇ। ਫਿਰ ਚਾਹੇ ਘੰਟੇ ਲੱਗਣ, ਕਿੰਨਾ ਸਮਾਂ ਜਿਹੜਾ ਲੰਘ ਜੇ ਕਿ ਜਦੋਂ ਤੁਸੀਂ ਪੇਂਟਿੰਗ ਤਿਆਰ ਕਰਦੇ ਹੋ ਉਦੋਂ ਵੀ ਵਾਕਿਆ ਦੇ ਵਿੱਚ ਸੇਮ ਇਹੀ ਚੱਲ ਰਿਹਾ ਹੁੰਦਾ ਦਿਮਾਗ ਦੇ ਵਿੱਚ? ਐਕਚੁਅਲੀ ਨਾ ਜਦੋਂ ਅਸੀਂ ਹੋਰਸ ਦਾ ਸ਼ੋਅ ਲੱਗਿਆ ਸੀਗਾ ਆਪਣੇ ਨਾ ਚੰਡੀਗੜ੍ਹ, ਉਹਦੇ ਲਈ ਅਸੀਂ ਪੇਂਟਿੰਗਸ ਰੈਡੀ ਕੀਤੀਆਂ ਸੀਗੀਆਂ ਸੋਨੇ ਦੀ ਤਾਂ। ਤੇ ਉਹਦੇ ਲਈ ਨਾ ਅਸੀਂ 3 ਦਿਨ 'ਚ ਅਸੀਂ 6 ਪੇਂਟਿੰਗ ਜਾਂ 7-8 ਪੇਂਟਿੰਗਸ ਰੈਡੀ ਕੀਤੀਆਂ ਸੀਗੀਆਂ। ਅਸੀਂ ਸਵੇਰੇ ਲੱਗਣਾ, ਮਤਲਬ ਕੰਮ ਵਗੈਰਾ ਕਰਕੇ, ਇਹ ਨਹੀਂ ਹੈਗਾ ਕਿ ਅਸੀਂ ਸਿਰਫ ਪੇਂਟਿੰਗਸ ਨਾ ਆਪਦਾ ਘਰ ਦਾ ਵੀ ਕਰਕੇ 11 ਵਜੇ ਬਹਿਣਾ ਤੇ 3 ਵਜੇ ਤੱਕ ਰਾਤ ਤੱਕ ਅਸੀਂ ਕੰਟੀਨਿਊਸਲੀ ਵਿੱਚ ਬੈਠ ਕੇ ਬਸ ਫਟਾਫਟ ਖਾਣਾ ਖਾਇਆ ਤੇ ਕੰਟੀਨਿਊਸਲੀ ਅਸੀਂ ਕੰਮ ਕੀਤਾ। ਤੇ ਉਹ 3 ਦਿਨ ਅਸੀਂ, ਹੁਣ ਕਹਿਣ ਨੂੰ ਤਾਂ 3 ਦਿਨ ਆ, ਉਹ 3 ਦਿਨ ਦੇ ਅਸੀਂ ਅੱਜ ਤੱਕ ਸਾਨੂੰ ਸਰਵਾਈਕਲ ਹੋਇਆ ਪਿਆ। ਤੁਸੀਂ ਮੰਨੋਗੇ, ਜਾਂ ਤਾਂ ਤੁਸੀਂ 1 ਘੰਟਾ ਪੂਰੇ ਦਿਨ 'ਚ ਦਿਓ, ਤੁਸੀਂ ਫਿਰ ਪੂਰਾ ਦਿਨ ਰੈਸਟ ਕਰੋ, ਆਪਣਾ ਕੰਮ ਕਰੋ, ਕਿਉਂਕਿ ਤੁਹਾਡੀ ਆਈਜ਼ ਦਾ, ਤੁਹਾਡੀ ਬੈਕ ਦਾ ਬਹੁਤ ਇਫੈਕਟ ਪੈਂਦਾ ਇਹਨਾਂ ਚੀਜ਼ਾਂ ਤੇ ਉਹ ਅਸੀਂ 3 ਦਿਨ 'ਚ ਰੈਡੀ ਕੀਤੀਆਂ ਸੀ, ਦਿਨ ਰਾਤ ਕੰਮ ਕੀਤਾ ਸੀਗਾ। ਤੇ ਕਰਕੇ ਕਿਉਂਕਿ ਆਪਾਂ ਟਾਈਮ ਤੇ ਕੰਪਲੀਟ ਕਰਨੀ ਹੈ ਤੇ ਕਰਕੇ ਉੱਠਣਾ, ਸੋ ਕੰਟੀਨਿਊਸਲੀ ਕੰਮ ਕਰਨਾ ਪੈਂਦਾ, ਸੀਟਿੰਗ ਬਹੁਤ ਜ਼ਿਆਦਾ ਦੇਣੀ ਪੈਂਦੀ ਆ। ਤੇ ਮੈਮ, ਜੇਕਰ ਮੈਂ ਸਵਾਲ ਤੁਹਾਨੂੰ ਇਹ ਕਰਾਂ ਕਿ ਹੁਣ ਤੱਕ ਜਦੋਂ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਆਏ ਹੋ, ਕਲਾ ਦੇ ਨਾਲ ਜੁੜੇ ਹੋਏ ਹੋ, ਕਿੰਨੀਆਂ ਕੁ ਪੇਂਟਿੰਗਸ ਓਵਰਆਲ, ਜੇਕਰ ਕੋਈ ਅੰਦਾਜ਼ਾ ਹੈਗਾ, ਐਸਟੀਮੇਟ, ਕਿੰਨੀਆਂ ਤਿਆਰ ਕਰ ਚੁੱਕੇ? ਇਸ ਤਰ੍ਹਾਂ ਆਈਡੀਆ ਨਹੀਂ ਹੈ, ਕਿਉਂਕਿ ਵਾਲ ਪੇਂਟਿੰਗਸ ਅਸੀਂ ਕਾਫੀ ਜਗ੍ਹਾ ਤੇ ਕਰ ਚੁੱਕੇ, ਚੰਡੀਗੜ੍ਹ, ਮੋਗਾ, ਅਬੋਹਰ ਹੋ ਗਿਆ ਜਿਵੇਂ, ਤੇ ਪਟਿਆਲਾ ਕੰਮ ਸਭ ਤੋਂ ਜ਼ਿਆਦਾ ਕੀਤਾ ਹੋਇਆ, ਤੇ ਪੰਚਕੂਲਾ ਕੀਤਾ ਕੰਮ, ਅਲੱਗ-ਅਲੱਗ ਜਗ੍ਹਾ ਤੇ ਕੰਮ ਕੀਤਾ। ਤੇ ਬਾਕੀ ਜਿਹੜੇ ਦੂਸਰੀਆਂ ਪੇਂਟਿੰਗਸ ਹੋ ਗਈਆਂ, ਕੈਨਵਸ ਜਾਂ ਪੋਰਟਰੇਟਸ ਹੋ ਗਏ, ਉਹਨਾਂ ਦਾ ਕੋਈ ਆਈਡੀਆ ਹੀ ਨਹੀਂ ਹੈ ਕਿੰਨੇ। ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਅਸੀਂ ਪੋਰਟਰੇਟ ਤੋਂ ਹੀ ਸ਼ੁਰੂਆਤ ਕੀਤੀ ਸੀ ਆਪਦੇ ਕੰਮ ਦੀ। ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਅੱਗੇ ਵਧਣਾ ਸ਼ੁਰੂ ਕੀਤਾ। ਬਈ ਡਿਪੈਂਡ ਕਰਦਾ ਆਰਡਰਸ ਦੇ ਉੱਪਰ ਕਿੰਨੇ ਕੁ ਆ ਜਾਂਦੇ ਕਮਿਸ਼ਨ ਵਰਕ। ਜਦੋਂ ਸਾਨੂੰ ਵਿੱਚ ਦੀ ਟਾਈਮ ਮਿਲਦਾ ਉਦੋਂ ਅਸੀਂ ਆਪਦੇ ਲਈ ਪਰਸਨਲ ਖੁਦ ਲਈ ਪੇਂਟਿੰਗਸ ਰੈਡੀ ਕਰ ਲੈਂਦੇ, ਜਿਹੜੀਆਂ ਕਿ ਅਸੀਂ ਐਗਜ਼ੀਬਿਸ਼ਨ 'ਚ ਯੂਜ਼ ਕਰ ਲੈਂਦੇ ਹਾਂ। ਤੇ ਕੋਈ ਆਈਡੀਆ ਨਹੀਂ ਹੈ ਕਦੇ, ਕਿੰਨੀਆਂ ਨਹੀਂ ਹੈਗੀਆਂ ਪੇਂਟਿੰਗਸ, ਕਿੰਨੀਆਂ ਹੋ ਗਈਆਂ ਨੇ, ਕਾਫੀ ਜਗ੍ਹਾ ਤੇ ਕੰਮ ਕਰ ਚੁੱਕੇ ਹਾਂ।
ਅੱਛਾ ਮੈਮ, ਤੁਸੀਂ ਹਾਊਸ ਸ਼ੋਅ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਉਸ ਦਾ ਜ਼ਿਕਰ ਕੀਤਾ, ਕਿਉਂਕਿ ਆਮੂਮਨ ਤੌਰ ਤੇ ਆਪਾਂ ਵੀ ਦੇਖਦੇ ਹਾਂ ਜਦੋਂ ਆਪਾਂ ਵੱਡੇ ਸ਼ਹਿਰ ਦੇ ਵਿੱਚ ਜਾਂਦੇ ਹਾਂ ਤਾਂ ਉਮੀਦਾਂ ਵੀ ਵੱਡੀਆਂ ਹੁੰਦੀਆਂ ਨੇ ਕਿ ਰਿਸਪੌਂਸ ਚੰਗਾ ਮਿਲੇ। ਪੂਰੇ ਇੱਥੇ ਤੁਸੀਂ ਆਪਣੀਆਂ ਪੇਂਟਿੰਗਸ ਲਗਾਈਆਂ ਨੇ, ਕਿਹੋ ਜਿਹਾ ਰਿਸਪੌਂਸ ਰਿਹਾ ਸੀ ਸ਼ੋਅ ਦੇ ਦੌਰਾਨ? ਉਹੀ ਸਰ, ਉਹੀ ਗੱਲ ਆ ਕਿ ਸਾਡੇ ਸ਼ਹਿਰ ਦੇ ਅਕੋਰਡਿੰਗ ਅਸੀਂ ਨਾ ਉਹ ਚੀਜ਼ ਸੋਚ ਕੇ ਆਏ ਸੀਗੇ, ਰਿਸਪੌਂਸ ਵਧੀਆ ਆਊਗਾ ਤੇ ਸਾਨੂੰ ਲੋਕਾਂ ਦਾ ਸੁਣਨ ਨੂੰ ਵੀ ਇਹੀ ਮਿਲਿਆ ਸੀਗਾ ਕਿ ਵਧੀਆ ਰਿਸਪੌਂਸ ਮਿਲੂਗਾ ਕਿਉਂਕਿ ਪਹਿਲਾਂ ਹੋ ਚੁੱਕਿਆ ਸੀਗਾ ਇਹ ਸ਼ੋਅ। ਸੋ ਅਸੀਂ ਉਹੀ ਸੋਚ ਕੇ ਆਏ ਸੀਗੇ ਤੇ ਰਿਸਪੌਂਸ ਅਸੀਂ ਜਿਹੜਾ 100 ਜੇ ਮੈਂ ਇੱਕ ਪਰਸੈਂਟੇਜ ਦੇਵਾਂ ਤਾਂ ਸਾਨੂੰ ਸਿਰਫ 10% ਉਹਦਾ ਸਾਨੂੰ ਮਿਲਿਆ ਰਿਸਪੌਂਸ ਲੋਕਾਂ ਤੋਂ। ਤਾਰੀਫ ਤਾਂ ਚਲੋ ਸਾਰੇ ਨਾ ਵਧੀਆ ਆਰਟਿਸਟ ਦੀ ਕਰ ਦਿੰਦੇ ਆ, ਉਹਦਾ ਕਿਹੜਾ ਪੈਸਾ ਲੱਗਦਾ ਨਾ ਵੀ ਵਧੀਆ, ਹਾਂਜੀ ਬਹੁਤ ਸੋਹਣੀਆਂ ਵਧੀਆ ਹੈਗੀਆਂ। ਤੇ ਇਹ ਵੀ ਨਹੀਂ ਹੈਗਾ ਕਿ ਵੀ ਲੋਕਾਂ ਕੋਲ ਜਿਹੜੇ ਹੋਰ ਸ਼ੋਅ 'ਚ ਤੁਸੀਂ ਮੰਨੋਗੇ ਜਿਹੜੇ ਹੈ ਨਾ ਜਿਹਨਾਂ ਨੂੰ ਸ਼ੌਂਕ ਆ, ਸ਼ੌਂਕੀ ਲੋਕ ਹੀ ਹੁੰਦੇ ਜਿਹਨਾਂ ਕੋਲ ਪੈਸਾ ਆ ਉਹੀ ਲੋਕ ਹੁੰਦੇ ਆ ਤੇ ਚਾਹੁੰਦੇ ਵੀ ਸੀਗੇ ਲੈਣਾ, ਬਟ ਉਹਨਾਂ ਲਈ 7000 8000 ਉਹਨਾਂ ਲਈ ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਲੱਗਿਆ ਕਿ ਨਹੀਂ ਬਹੁਤ ਜ਼ਿਆਦਾ ਪੈਸਾ ਆ ਜਾਂ ਕੁਛ ਵੀ ਹੈ ਨਾ, ਮਤਲਬ ਨਹੀਂ ਅਸੀਂ ਨਹੀਂ ਜਾਂ ਨਹੀਂ ਲੈਣੀ ਆ, ਅਸੀਂ ਲਵਾਂਗੇ ਜ਼ਰੂਰ ਤੇ ਨੰਬਰਸ ਵਗੈਰਾ ਲੈ ਕੇ ਗਏ ਜੋ ਵੀ ਆ, ਬਟ ਰਿਸਪੌਂਸ ਅਸੀਂ ਸਾਨੂੰ ਸੋ ਲੱਗਿਆ ਐਡਾ ਨਹੀਂ। ਕਾਰਨ ਕੀ ਮੰਨਦੇ ਹੋ? ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਪੇਂਟਿੰਗ ਦਾ ਤੁਸੀਂ 7-8 ਹਜ਼ਾਰ, ਕਾਰਨ ਇਹ ਮੰਨਦੇ ਹੋ ਕਿ ਲੋਕ ਕਲਾ ਦੇ ਨਾਲ ਟੁੱਟਦੇ ਜਾ ਰਹੇ ਨੇ ਜਾਂ ਫਿਰ ਤੁਸੀਂ ਆਪਣਾ ਜੋ ਇੱਕ ਉੱਥੇ ਕੰਮ ਕਰਕੇ ਲੈ ਕੇ ਗਏ ਉਸ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੀ? ਲੋਕ ਹੀ ਕਲਾ ਨਾਲੋਂ ਟੁੱਟ ਰਹੇ ਆ। ਉਹ ਪੈਸਾ ਮਤਲਬ ਜਿਹੜੀ ਆਪਣੀ ਚੀਜ਼ ਹੈਗੀ ਕਲਾ ਹੋ ਗਈ ਜਾਂ ਇਹਨਾਂ ਚੀਜ਼ਾਂ ਤੇ ਲਗਾ ਕੇ ਨਹੀਂ ਖੁਸ਼ ਹੈਗੇ। ਉਹ ਬ੍ਰਾਂਡਸ ਦੇ ਉੱਪਰ ਲਗਾ ਕੇ ਖੁਸ਼ ਆ, ਆਪਣੇ ਖਾਣੇ ਪੀਣੇ ਦੇ ਉੱਪਰ ਲਗਾ ਕੇ ਖੁਸ਼ ਆ। ਖਾਣਾ ਚਾਹੇ ਜਿੰਨਾ ਮਰਜ਼ੀ ਮਹਿੰਗਾ ਹੋਵੇ, ਉਹ ਇੱਕ ਵਧੀਆ ਬ੍ਰਾਂਡਡ ਵਧੀਆ ਜਗ੍ਹਾ ਤੇ ਇੱਕ ਜਾ ਕੇ ਬਹਿ ਕੇ ਖਾਣਾ ਬਹੁਤ ਉਹਨਾਂ ਨੂੰ ਲੱਗਦਾ ਕਿ ਸਾਡੀ ਇਹ ਸੁਸਾਇਟੀ ਆ, ਅਸੀਂ ਮੇਨਟੇਨ ਕੀਤਾ ਹੋਇਆ। ਸ਼ੋਅ ਆਫ ਜ਼ਿਆਦਾ ਰਹਿ ਗਿਆ ਅੱਜ ਕੱਲ੍ਹ। ਜੋ ਜਿਸ ਚੀਜ਼ 'ਚ ਮਿਹਨਤ ਹੈਗੀ ਆ ਉਹ ਚੀਜ਼ਾਂ ਦੀ ਲੋਕਾਂ ਨੂੰ ਕਦਰ ਬਹੁਤ ਘੱਟ ਰਹੀ ਆ, ਜਾਂ ਲੋਕਾਂ ਨੂੰ ਸਮਝ ਨਹੀਂ ਹੈਗੀ ਕਿ ਇਸ ਚੀਜ਼ 'ਚ ਕਿੰਨੀ ਮਿਹਨਤ ਹੋਈ ਹੋਊਗੀ, ਤਾਂ ਉਹਨਾਂ ਨੇ 1 ਮਿੰਟ 'ਚ ਕਹਿ ਦਿੰਦੇ ਆ ਕਿ ਬਹੁਤ ਕੋਸਟਲੀ ਹੈ ਨਾ। ਕਿਉਂਕਿ ਉਹਨਾਂ ਲਈ ਇਹ ਤਾਂ ਹੈ ਨਹੀਂ ਸੀਗਾ ਕਿ ਉਹ ਅਫੋਰਡ ਨਹੀਂ ਕਰ ਸਕਦੇ ਸੀ, ਕਿ ਇੱਕ ਜਾਣੇ ਦੀ ਟਿਕਟ ਹੀ 5500 ਤੋਂ 10000 ਇੱਕ ਜਾਣੇ ਦੀ ਟਿਕਟ ਸੀ ਨਾ। ਅਫੋਰਡ ਤਾਂ ਕਰ ਸਕਦੇ, ਬਟ ਉਹਨਾਂ ਨੂੰ ਜਾਂ ਤਾਂ ਉਹਨਾਂ ਨੂੰ ਕਦਰ ਨਹੀਂ ਹੈ ਜਾਂ ਉਹਨਾਂ ਨੂੰ ਸਮਝ ਨਹੀਂ ਹੈ ਲੋਕਾਂ ਨੂੰ। ਜਿੰਨਾ ਆਪਣਾ ਅਸੀਂ ਆਪਦਾ 100% ਲੈ ਕੇ ਚੱਲੇ ਸੀਗੇ ਕਿ ਜਿੰਨਾ ਅਸੀਂ ਕਰ ਸਕਦੇ ਸੀ ਅਸੀਂ ਕੀਤਾ ਉੱਥੇ ਲਈ। ਇਸ ਲਈ ਅਸੀਂ ਸਾਨੂੰ ਸੀ ਕਿ ਉੱਥੇ ਦੇ ਲੋਕ ਸ਼ੌਂਕ ਵਾਲੇ ਆਉਣਗੇ ਹੌਟ ਚੀਜ਼ ਨੂੰ ਲੈ ਕੇ ਜਾਣਾ, ਹੈ ਨਾ। ਤਾਂ ਕਰਕੇ ਅਸੀਂ ਉਹਨਾਂ ਦਾ ਗੋਲਡ ਅਤੇ ਇੱਕ ਸਿਲਵਰ ਰਾਇਲਟੀ ਸ਼ੋਅ ਕਰਦਾ ਨਾ, ਤਾਂ ਕਰਕੇ ਅਸੀਂ ਉਹਨਾਂ ਪੇਂਟਿੰਗਸ ਦੇ ਵਿੱਚ ਜ਼ਿਆਦਾ ਗੋਲਡ ਯੂਜ਼ ਕੀਤਾ ਸੀ ਕਿ ਤੇ ਉਸ ਦੇ ਅਕੋਰਡਿੰਗ ਇਹਨਾਂ ਦੀ ਕਾਸਟ ਪੇਂਟਿੰਗਸ ਦੀ ਜ਼ਿਆਦਾ ਵੀ ਨਹੀਂ ਹੈ, ਕਿਉਂਕਿ ਮਿਹਨਤ ਬਹੁਤ ਜ਼ਿਆਦਾ ਗੋਲਡ ਲੱਗਿਆ ਇੱਕ ਤਾਂ ਉੱਪਰੋਂ ਉਹਨਾਂ ਨੂੰ ਲਗਾਉਣ ਦਾ ਪ੍ਰੋਸੈਸ ਜਿਹੜਾ ਹੈਗਾ ਉਹਦੇ 'ਚ ਬਹੁਤ ਮਿਹਨਤ ਹੁੰਦੀ ਆ। ਐਕਚੁਅਲੀ ਸਰ ਪਤਾ ਕੀ ਹੈ, ਲੋਕਾਂ ਦਾ ਨਾ ਉਹ ਅੱਜ ਕੱਲ੍ਹ ਵੱਡੀ ਜਗ੍ਹਾ ਤੇ ਮਤਲਬ ਕਿ ਵੱਡਾ ਆਰਟਿਸਟ ਜਾਂ ਫਿਰ ਮਤਲਬ ਜਿੱਥੇ ਨਾ ਮਤਲਬ ਕਿ ਉਹਨਾਂ ਦੀ ਨਾ ਲੋਕ ਦੇਖਣ ਉਹਨਾਂ ਨੂੰ ਵੀ ਅਸੀਂ ਨਾ ਪੈਸਾ ਲਾ ਰਹੇ ਹਾਂ ਤਾਂ ਲੋਕਾਂ ਨੂੰ ਪਤਾ ਲੱਗੇ, ਉਹ ਚੀਜ਼ਾਂ ਬਹੁਤ ਹੋ ਗਈਆਂ। ਤੇ ਹੁਣ ਜੇ ਕੋਈ ਫੇਮਸ ਆਰਟਿਸਟ ਹੁੰਦਾ ਨਾ ਤੇ ਉਹਨਾਂ ਨੂੰ ਸੋਚਣਾ ਵੀ ਨਹੀਂ ਸੀਗਾ ਉਹਨਾਂ ਨੇ ਵੀ ਸਾਡੇ ਘਰੇ ਇਸ ਫੇਮਸ ਆਰਟਿਸਟ ਦੀ ਲੱਗਿਆ। ਤੇ ਤੁਸੀਂ ਜਦੋਂ ਉਹ ਆਰਟਿਸਟ ਉਦੋਂ ਹੀ ਫੇਮਸ ਹੋਊਗਾ ਜਦੋਂ ਤੁਸੀਂ ਉਹਨੂੰ ਫੇਮਸ ਕਰੋਗੇ, ਉਹਦੇ ਕੰਮ ਦੀ ਕਦਰ ਕਰੋਗੇ। ਉਹ ਚੀਜ਼ ਹੈ ਨਹੀਂ, ਪਹਿਲੇ ਦਿਨ ਤੋਂ ਤਾਂ ਕੋਈ ਵੀ ਫੇਮਸ ਨਹੀਂ ਹੁੰਦਾ ਨਾ। ਤੇ ਸਾਨੂੰ 5 ਸਾਲ ਹੋ ਗਏ ਨਾ ਹੁਣ ਕੰਮ ਕਰਦੇ ਕਰਦੇ। ਜਦੋਂ ਅਸੀਂ ਵੀ ਸ਼ੁਰੂ ਕੀਤਾ ਸੀਗਾ, ਅਸੀਂ ਇਹਨੇ ਹੁਣ ਹੌਲੀ ਹੌਲੀ ਅਸੀਂ ਇੱਥੋਂ ਤੱਕ ਪਹੁੰਚੇ। ਅਸੀਂ ਉਦੋਂ ਤਾਂ ਸੋਚਿਆ ਵੀ ਨਹੀਂ ਸੀਗਾ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ, ਜਦੋਂ ਗ੍ਰੈਜੂਏਸ਼ਨ ਮਤਲਬ ਪੋਸਟ ਗ੍ਰੈਜੂਏਸ਼ਨ ਕਰ ਰਹੇ ਸੀਗੇ, ਸੈਕਿੰਡ ਈਅਰ 'ਚ ਅਸੀਂ ਇਹ ਸੋਚ ਲਿਆ ਸੀ ਘਰੋਂ ਪੈਸੇ ਨਹੀਂ ਲੈਣੇ ਵੀ ਤੁਸੀਂ ਹੁਣ ਐਡੀ ਵੱਡੀ ਡਿਗਰੀ ਲੈ ਰਹੇ ਹੋ ਤਾਂ ਤੁਸੀਂ ਹੁਣ ਕਮਾ ਵੀ ਨਹੀਂ ਸਕਦੇ। ਸਾਡੀ ਦੋਨਾਂ ਦੀ ਇਹ ਸੋਚ ਉੱਥੋਂ ਹੀ ਸ਼ੁਰੂ ਹੋ ਚੁੱਕੀ ਸੀਗੀ, ਤਾਂ ਹੀ ਅਸੀਂ ਮਤਲਬ ਘੱਟ 500-600 ਰੁਪਏ 'ਚ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਸੀਗਾ। ਤੇ ਉਹ ਤੋਂ ਬਾਅਦ ਜਦੋਂ ਅਸੀਂ ਸਟੱਡੀ ਕੰਪਲੀਟ ਹੋਈ ਸਾਡੇ ਕੋਲ ਕੁਝ ਵੀ ਨਹੀਂ ਸੀਗਾ, ਸਾਡੇ ਅਕਾਊਂਟ 'ਚ ਕੁਝ ਵੀ ਨਹੀਂ ਸੀਗਾ। 1000 ਰੁਪਏ ਸੀਗੇ। ਸਾਨੂੰ ਇਹ ਸੀਗਾ ਜਾਂ ਤਾਂ ਘਰੇ ਜਾਓ ਜਾਂ ਕੰਮ ਕਰ ਲਓ, ਜੇ ਘਰ ਦੇ ਤੋਂ ਪੈਸੇ ਮੰਗੋਗੇ ਤਾਂ ਘਰੇ ਜਾਣਾ ਹੀ ਪੈਣਾ, ਬੁਲਾਉਣਗੇ ਨਾ। ਤੇ ਅਸੀਂ ਉੱਥੋਂ ਹੀ ਉਹ ਚੀਜ਼ ਸੋਚ ਕੇ ਕਿ ਆਪਣਾ ਕਿ ਯਾਰ ਕਿੱਥੇ ਕਿਵੇਂ ਕਰੀਏ ਨਾ, ਹੁਣ ਤੈਨੂੰ ਇੱਥੇ ਬੈਠੇ ਸਾਨੂੰ ਦੋਨਾਂ ਨੂੰ ਕੰਮ ਕਿਸੇ ਨੇ ਨਹੀਂ ਦੇਣਾ, ਹੁਣ ਜਾਣਾ ਪੈਣਾ, ਬਾਹਰ ਮੰਗਣਾ ਪੈਣਾ। ਜੇ ਮੰਗਾਂਗੇ ਤਾਂ ਤੁਹਾਨੂੰ ਕੀ ਕੁਝ ਫੇਸ ਕਰਨਾ ਪਊਗਾ, ਹੈ ਨਾ। ਲੋਕ ਕੁਝ ਵੀ ਡਿਮਾਂਡ ਕਰ ਸਕਦੇ, ਤੁਹਾਨੂੰ ਨਹੀਂ ਪਤਾ ਨਾ। ਤੇ ਅਸੀਂ ਉਹੀ ਚੀਜ਼ ਸੋਚ ਕੇ ਗਵਰਨਮੈਂਟ ਆਫਿਸ ਗਏ ਸੀਗੇ ਤੇ ਮਤਲਬ ਕਿ ਉਹੀ ਨਾ ਅਸੀਂ ਚੰਗੀ ਸੋਚ ਪੋਜ਼ਿਟਿਵਿਟੀ ਲੈ ਕੇ ਗਏ ਸੀ। ਸਾਨੂੰ ਉੱਥੇ ਲੋਕ ਵੀ ਫਿਰ ਪੋਜ਼ਿਟਿਵ ਹੀ ਮਿਲੇ, ਵਧੀਆ ਸੀਗੇ ਆਫਿਸਰਸ ਆਪਣੇ। ਉਹਨਾਂ ਨੇ ਸਾਨੂੰ ਮਤਲਬ ਦੱਸਿਆ ਕਿ ਉਹੀ ਹੈ, ਉਹਨਾਂ ਨੇ ਪਹਿਲਾਂ ਸਾਡਾ ਉਹ ਕੀਤਾ ਕਿ ਤੁਸੀਂ ਦੱਸੋ ਤੁਸੀਂ ਕਰਨਾ ਕੀ ਚਾਹੁੰਦੇ ਹੋ, ਪਹਿਲੇ ਕਰਕੇ ਦਿਖਾਓ। ਤੇ ਅਸੀਂ ਉਸ ਚੀਜ਼ ਲਈ ਟੈਸਟ ਲਈ ਰੈਡੀ ਹੋ ਕੇ ਗਏ ਸੀਗੇ। ਅਸੀਂ ਉਹਨਾਂ ਨੂੰ ਕੰਮ ਥੋੜ੍ਹਾ ਬਹੁਤ ਕਰਕੇ ਦਿਖਾਇਆ ਤੇ ਉਹਨਾਂ ਨੇ ਸਾਨੂੰ ਫਿਰ ਕੰਮ ਦਿੱਤਾ। ਤੇ ਦੇਖੋ ਤੁਸੀਂ ਹੈ ਨਾ ਉਹੀ ਸੋਚ ਲੈ ਕੇ ਗਏ ਸੀਗੇ, ਉੱਥੋਂ ਤੁਹਾਨੂੰ ਕੰਟੀਨਿਊਸਲੀ ਕੰਮ ਕਰਦੇ ਆ ਰਹੇ, ਵਿੱਚ ਬ੍ਰੇਕ ਲੱਗਦੀ ਆ, ਫ੍ਰੀਲਾਂਸ 'ਚ ਲੱਗੂਗੀ, ਹੈ ਨਾ। ਤੇ ਉੱਥੋਂ ਇੱਥੋਂ ਤੱਕ ਪਹੁੰਚ ਗਏ ਤੇ ਇੱਥੋਂ ਵੀ ਅੱਗੇ ਹੋਰ ਵੀ ਜਾਵਾਂਗੇ ਨਾ। ਤੇ ਇਹ ਚੀਜ਼ ਨਾ ਮਤਲਬ ਆਪਣੀ ਸੁਸਾਇਟੀ ਨਾ ਇਸ ਚੀਜ਼ ਨੂੰ ਬਹੁਤ ਘੱਟ ਲੈ ਕੇ ਚੱਲਦੀ ਹੈ, ਹਰ ਚੀਜ਼ 'ਚ ਨਾ ਮਤਲਬ ਸ਼ੋ ਆਫ ਰਹਿ ਗਿਆ। ਤੇ ਉਹ ਚੀਜ਼ ਸਾਨੂੰ ਫੇਸ ਕਰਨੀ ਪੈਂਦੀ ਆ, ਬਟ ਠੀਕ ਆ ਮਤਲਬ ਜੇ ਅਸੀਂ ਉਸ ਚੀਜ਼ ਨੂੰ ਖਤਮ ਕਰ ਸਕਦੇ ਹਾਂ, ਇੱਕ ਆਰਟਿਸਟ ਹੀ ਖਤਮ ਕਰ ਸਕਦਾ, ਤੇ ਅਸੀਂ ਉਹ ਟਰਾਈ ਕਰ ਰਹੇ ਹਾਂ, ਹੋ ਜਾਊਗਾ। ਅੱਛਾ, ਮੈਨੂੰ ਇਹ ਦੱਸੋ ਜੋ ਤੁਸੀਂ ਪੇਂਟਿੰਗਸ ਤਿਆਰ ਕਰਦੇ ਹੋ, ਕਿਉਂਕਿ ਜਿਹੜੇ ਪੇਂਟਰ ਹੁੰਦੇ ਨੇ ਉਹ ਲੋਕਾਂ ਦੇ ਲਈ ਤਾਂ ਹਰ ਕੋਈ ਤਿਆਰ ਕਰਦਾ, ਕਿ ਆਪਣੇ ਲਈ ਵੀ ਕਦੇ ਕਰਦੇ ਹੋ ਕਿ ਇਹ ਪੇਂਟਿੰਗ ਮੈਂ ਘਰ ਦੇ ਲਈ ਬਣਾਉਣੀ ਹੈ, ਘਰ ਦੇ ਵਿੱਚ ਲਾਉਣੀ ਹੈ, ਜਾਂ ਫਿਰ ਤੁਹਾਡੇ ਪੇਰੈਂਟਸ ਨੇ ਘਰਦਿਆਂ ਨੇ ਕਿਹਾ ਹੋਵੇ ਕਿ ਤੁਸੀਂ ਪੇਂਟਰ ਹੋ, ਪੇਂਟਿੰਗਸ ਤਿਆਰ ਕਰਦੇ ਹੋ, ਕਦੇ ਘਰ ਦੇ ਲਈ ਵੀ ਕਰ ਲਓ?
ਘਰ ਦੇ ਲਈ ਕੀਤਾ ਕੰਮ, ਜਦੋਂ ਫ੍ਰੀ ਟਾਈਮ ਹੁੰਦਾ ਆਪਦੇ ਲਈ ਪੇਂਟਿੰਗਸ ਬਣਾ ਲੈਣੇ, ਜਿਵੇਂ ਐਗਜ਼ੀਬਿਸ਼ਨਸ ਲਈ ਹੁੰਦੀਆਂ ਜਾਂ ਫਿਰ ਘਰੇ ਡਿਸਪਲੇ ਕਰਨ ਲਈ। ਬਹੁਤ ਸਾਰੀਆਂ ਪੇਂਟਿੰਗ ਘਰੇ ਡਿਸਪਲੇ ਹੋਈਆਂ, ਵਾਲ ਦੇ ਉੱਪਰ ਵੀ ਕੰਮ ਕੀਤਾ ਹੈ। ਜਦੋਂ ਵੀ ਸਾਨੂੰ ਟਾਈਮ ਮਿਲਦਾ ਆ, ਫ੍ਰੀ ਨਹੀਂ ਬੈਠਦੇ, ਅਸੀਂ ਕੰਮ ਕਰ ਲੈਂਦੇ ਆ। ਤੇ ਘਰੇ ਵੀ ਆਪਣੇ ਜਦੋਂ ਲੋਕਡਾਊਨ ਦੇ ਵਿੱਚ ਫ੍ਰੀ ਸੀ ਵੀ ਕਿੱਥੇ ਜਾਈਏ ਕੀ ਕਰੀਏ, ਸਟਰੀਟ ਦੇ ਵਿੱਚ ਆਪਾਂ ਕਰੋਨਾ ਨੂੰ ਲੈ ਕੇ ਪੇਂਟਿੰਗ ਬਣਾ ਲਈ ਹੈ ਨਾ, ਵੀ ਆਰਟਿਸਟ ਤੋਂ ਫ੍ਰੀ ਨਹੀਂ ਬੈਠਾ ਜਾਂਦਾ ਹੁੰਦਾ, ਕੁਛ ਨਾ ਕੁਛ ਕਰ ਲੈਂਦਾ। ਘਰੇ ਵਾਲ ਦੇ ਉੱਪਰ ਕੰਮ ਕਰਤਾ, ਪਿੰਡ ਚਲੇ ਜਾਂਦੇ ਸੀ, ਸਵੇਰ ਜਲਦੀ ਉੱਠ ਕੇ ਚਲੇ ਜਾਣਾ, ਪਿੰਡ 'ਚ ਕੰਮ ਕਰੇ ਆਉਂਦੇ ਹੁੰਦੇ ਸੀਗੇ। ਆਰਟਿਸਟ ਫ੍ਰੀ ਨਹੀਂ ਬੈਠ ਸਕਦਾ, ਕਰਦਾ ਰਹਿੰਦਾ ਕੁਛ ਨਾ ਕੁਛ, ਆਪਣੇ ਲਈ ਕਰ ਲੈਂਦੇ। ਬਟ ਹਾਂ ਕਿ ਫ੍ਰੀ 'ਚ ਨਹੀਂ ਅਸੀਂ ਕੰਮ ਕੀਤਾ ਕਦੇ। ਜਦੋਂ ਆਪਾਂ ਫ੍ਰੀ 'ਚ ਆਪਾਂ ਕਿਸੇ ਨੂੰ ਕੰਮ ਕਰਕੇ ਦੇ ਦਿੰਦੇ ਹਾਂ, ਐਜ਼ ਐਨ ਗਿਫਟ ਕਰ ਦਿੰਦੇ ਹਾਂ, ਉਹ ਉਹਨੂੰ ਕਦਰ ਨਹੀਂ ਪੈਂਦੀ ਜਿੰਨਾ ਆਪਣਾ ਜਿਹੜਾ ਜੇਬ 'ਚੋਂ ਪੈਸੇ ਕੱਢ ਕੇ ਲਗਾਓ, ਉਹਨੂੰ ਉਹ ਚੀਜ਼ ਦਾ ਮੁੱਲ ਪੈਂਦਾ ਆ। ਇਹ ਅਸੀਂ ਆਪਦੇ ਸਰ ਤੋਂ ਸਿੱਖਿਆ ਸੀ ਕਿ ਫ੍ਰੀ ਦੇ ਵਿੱਚ ਮੁੱਲ ਨਹੀਂ ਪਾਉਂਦਾ ਗਾ ਅਗਲਾ ਕੋਈ ਵੀ। ਤਾਂ ਫ੍ਰੀ 'ਚ ਅਸੀਂ ਕੰਮ ਨਹੀਂ ਕਰਕੇ ਦਿੱਤਾ, ਚਾਹੇ ਅਗਲੇ ਤੋਂ ਅਸੀਂ ਥੋੜ੍ਹੀ ਮਿਹਨਤ, ਹੁਣ ਅਸੀਂ ਘਰੇ ਕੰਮ ਕੀਤਾ ਤਾਂ ਸਾਡੇ ਪੇਰੈਂਟਸ ਨੂੰ ਉਸ ਚੀਜ਼ ਦਾ ਮੁੱਲ ਸਾਡੇ ਪੇਰੈਂਟਸ ਨੇ ਸਾਨੂੰ ਦਿੱਤਾ ਕਿ ਤੁਸੀਂ ਮਿਹਨਤ ਕੀਤੀ ਆ ਅਤੇ ਤੁਹਾਡਾ ਖਰਚਾ ਆ ਤੇ ਤੁਹਾਨੂੰ ਇਹ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ, ਚਾਹੇ ਅਸੀਂ ਥੋੜਾ ਲਿਆ ਜਾਂ ਬਹੁਤਾ ਲਿਆ। ਉਹ ਕਹਿੰਦੇ ਤੁਹਾਡੀ ਇਹ ਮਿਹਨਤ ਆ ਤੇ ਤੁਹਾਨੂੰ ਦੇਵਾਂਗੇ ਅਸੀਂ ਫ੍ਰੀ 'ਚ। ਉਹ ਕਹਿੰਦੇ ਅਸੀਂ ਤੁਹਾਡੇ ਤੋਂ ਅਸੀਂ ਵੀ ਨਹੀਂ ਕੰਮ ਕਰਵਾਉਣਾ, ਪੇਰੈਂਟਸ ਨੇ ਵੀ ਇਹ ਗੱਲ ਕਹੀ ਆ। ਅੱਛਾ, ਤੁਸੀਂ ਸਟਰਗਲ ਕੀਤਾ ਕਿਉਂਕਿ ਇੱਕ ਸਟਰਗਲਿੰਗ ਟਾਈਮ ਪੀਰੀਅਡ ਹੁੰਦਾ ਯੂਥ ਦਾ, ਬਹੁਤ ਸਾਰੇ ਯੂਥ ਇਹ ਟਾਈਮ ਦੇ ਵਿੱਚੋਂ ਲੰਘ ਕੇ ਹਾਰ ਮੰਨ ਕੇ ਵਿਦੇਸ਼ਾਂ ਦਾ ਰੁਖ ਕਰ ਲੈਂਦੇ ਨੇ ਕਿ ਅੰਤ ਦੇ ਵਿੱਚ ਉਹੀ ਇੱਕ ਡਿਸੀਜ਼ਨ ਉਹਨਾਂ ਨੂੰ ਲੈਣਾ ਪੈਂਦਾ ਕਿ ਫੋਰਨ ਜਾਈਏ, ਉੱਥੇ ਦਿਹਾੜੀਆਂ ਕਰੀਏ, ਵਧੀਆ ਡਾਲਰ ਕਮਾ ਲਾਂਗੇ। ਅਖੀਰ ਦੇ ਵਿੱਚ ਤੁਸੀਂ ਸਟਰਗਲ ਵੀ ਦੇਖੀ ਆ, ਤੁਹਾਡਾ ਮੁੱਲ ਵੀ ਪੈ ਰਿਹਾ। ਅਸੀਂ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਲਾ ਦੇ ਤੁਸੀਂ ਮਾਹਿਰ ਹੋ ਉਸ ਦੇ ਵਿੱਚ ਹੋਰ ਅੱਗੇ ਮਾਹਿਰ ਬਣੋ। ਪਰ ਅਖੀਰ ਦੇ ਵਿੱਚ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚੋਂ ਲੰਘੇ ਵੀ ਹੋ ਅਤੇ ਅਜੇ ਵੀ ਲੰਘ ਰਹੇ ਹੋ? ਐਕਚੁਅਲੀ ਨਾ ਉਹੀ ਹੈ ਨਾ, ਸਾਡੇ ਨਾ ਆਪਾਂ ਉਹ ਭੇਡ ਚਾਲ ਹੋਈ ਪਈ ਨਾ ਵੀ ਜੇ ਉਹ ਵੀ ਜਾ ਰਿਹਾ ਤਾਂ ਮੈਂ ਵੀ ਜਾਊਂ, ਹੈ ਨਾ। ਤੇ ਇਹ ਵੀ ਹੁਣ ਫ੍ਰੀ 'ਚ ਤਾਂ ਜਾਇਆ ਨਹੀਂ ਆਉਂਦਾ, ਹੁਣ ਘੱਟੋ ਘੱਟ 15 ਲੱਖ ਰੁਪਏ ਜੇਬ 'ਚ ਹੋਣਾ ਚਾਹੀਦਾ। ਤੇ ਗਰੀਬ ਕੋਲ ਕਿੱਥੋਂ ਹੋਊਗਾ, ਉਹ ਵੀ ਚੱਕ ਕੇ ਲਾਉਂਦਾ ਹੀ ਨਾ। ਮੈਨੂੰ ਐਂ ਕਿ ਉਹ 15 ਲੱਖ ਐਕਚੁਅਲੀ ਤੁਹਾਡੇ ਦਿਮਾਗ ਦੀ ਖੇਡ ਹੈ ਸਾਰੀ। ਉਹ ਇਨਵੈਸਟਮੈਂਟ ਤੁਸੀਂ ਕਿਵੇਂ ਕਰਨਾ ਤੇ ਉਸ ਪੈਸੇ ਨੂੰ ਤੁਸੀਂ ਡਬਲ ਕਿਵੇਂ ਕਰਨਾ ਹੈ ਤੇ ਉਸ ਪੈਸੇ ਨੂੰ ਯੂਜ਼ ਕਿਵੇਂ ਕਰਨਾ ਨਾ। ਹੁਣ ਬਰਬਾਦ, ਹੁਣ ਤੁਸੀਂ 15 ਲੱਖ ਆ ਗਿਆ, ਉਹ ਤੁਹਾਨੂੰ ਇੱਕ ਵਾਰ 15 ਲੱਖ ਸੇ ਠੀਕ ਹੈ ਨਾ ਮੈਂ ਕਰ ਲੂੰਗਾ, ਹੁਣ ਬਿਨਾਂ ਸੋਚੇ ਸਮਝੇ ਕਿਤੇ ਵੀ ਇਨਵੈਸਟ ਕਰਤਾ ਫਿਰ ਤਾਂ ਡੁੱਬ ਗਏ ਨਾ। ਹੁਣ ਤੁਸੀਂ 15 ਸੋਚੋ ਸਿਰਫ ਮੇਰੇ ਕੋਲ ਸਿਰਫ 15 ਲੱਖ ਹੀ ਆ ਤੇ ਮੈਂ ਤਾਂ 30 ਕਰਨਾ, ਹੁਣ ਕਿਵੇਂ ਕਰਨਾ ਉਹ ਸੋਚ ਕੇ ਚੱਲੋ ਨਾ ਤੁਸੀਂ। ਪਹਿਲਾਂ ਹੀ ਤੁਸੀਂ ਵੱਧ ਲੈ, ਹੁਣ ਮੈਨੂੰ ਐਂ ਕਿ ਵੀ ਹੁਣ ਮੈਂ ਜੇ ਬਾਹਰ ਜਾਣ ਦਾ ਕਹੂੰ ਤੇ ਮੇਰੇ ਪੇਰੈਂਟਸ ਕੋਲ ਨਹੀਂ ਹੋਣਾ ਨਾ, ਤੇ ਉਹ ਵੀ ਕਿਤੋਂ ਚੱਕ ਕੇ ਲਾਉਣਗੇ ਤੇ ਮੈਂ ਹੁਣ ਕਿਉਂ ਲੈਣਾ। ਮੈਂ ਇੱਥੇ ਹੀ ਮਿਹਨਤ ਕਰਦੀ ਹਾਂ ਨਾ, ਇੱਥੇ ਕੁਛ ਕਰਦੀ ਹਾਂ ਹੈਗਾ ਯਾਰ ਠੀਕ ਆ। ਬਾਹਰ ਵੀ ਮੈਂ ਹੁਣ ਆਪਾਂ ਕਹਿੰਦੇ ਨਾ ਬਾਹਰ ਬਹੁਤ ਕੁਛ ਆ, ਬਾਹਰ ਐਕਚੁਅਲੀ ਆਪਣੇ ਇੰਡੀਅਨਸ ਦੀ ਕੋਈ ਲਾਈਫ ਨਹੀਂ ਹੈਗੀ। ਉਹਨਾਂ ਦਾ ਤਾਂ ਪਰਸਨਲ ਥੋਟਸ, ਉਹਨਾਂ ਦੀ ਫੀਲਿੰਗਸ, ਇਮੋਸ਼ਨਸ ਸਭ ਖਤਮ ਆ, ਸਿਰਫ ਕੰਮ 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 ਆ। ਤੇ ਇੱਕ ਕਹਿੰਦੇ ਇੱਕ ਰੋਬੋਟਿਕ ਕੰਮ ਕਰ ਰਹੇ ਨਾ ਬਾਹਰ, ਤੇ ਉਹ ਮੈਨੂੰ ਨਹੀਂ ਸਮਝ ਆ ਰਿਹਾ ਨਾ ਵੀ ਲੋਕ ਇੱਥੇ ਉਹ ਮਿਹਨਤ ਕਿਉਂ ਨਹੀਂ ਕਰ ਰਹੇ। ਆਪਾਂ ਗੌਰਮੈਂਟ ਨੂੰ ਬਲੇਮ ਕਰੀ ਜਾਂਦੇ ਵੀ ਸਰਕਾਰ ਹੀ ਭੇੜੀ ਹੈ, ਸਰਕਾਰ ਹੀ ਹੈ ਉਹ ਹੈ। ਦੋਨੋਂ ਹੱਥ ਨਾਲ ਤਾਂ ਤਾਲੀ ਨਹੀਂ ਨਾ ਵੱਜਦੀ, ਦੋਨਾਂ ਮਤਲਬ ਵੱਜਦੀ ਆ ਸੌਰੀ, ਇੱਕ ਹੱਥ ਨਾਲ ਤਾਲੀ ਨਹੀਂ ਨਾ ਵੱਜਦੀ। ਤੇ ਮੈਨੂੰ ਆਏ ਕਿ ਉਹ ਚੀਜ਼ ਆਪਾਂ ਇੱਥੇ ਮਿਹਨਤ ਕਰ ਰਹੀ ਹਾਂ, ਅਸੀਂ ਤੇ 5 ਸਾਲ 'ਚ ਕੀਤੀ ਆ। ਹੁਣ ਜਦੋਂ 100,000 ਰੁਪਏ ਤੋਂ ਅਸੀਂ ਹੁਣ ਸਾਡੇ ਅਕਾਊਂਟ 'ਚ ਜੇ ਕੋਈ ਜਿੰਨੇ ਕੇ ਪੈਸੇ ਹੁਣ ਹੈਗੇ ਆ ਤੇ ਅਸੀਂ ਵੀ ਤਾਂ ਕੀਤੇ ਹੀ ਆ ਨਾ, 1000 ਤੋਂ ਕੀਤਾ। ਹੁਣ ਜੇ ਇੱਥੇ ਤੁਸੀਂ ਵੀ ਤਾਂ ਸੋਚ ਲੈ ਕੇ ਚੱਲੋ, ਕਿਉਂ ਨਹੀਂ ਸੋਚਦੇ ਉਸ ਚੀਜ਼ ਨੂੰ ਲੈ ਕੇ। ਉਹੀ ਪੇਰੈਂਟਸ ਵੀ ਗਲਤ ਹੈ ਇੱਥੇ, ਜਿਹੜਾ ਕੁਛ ਵੀ ਵੇਚ ਕੇ ਉਹਨੂੰ ਦੇਈ ਜਾਂਦੇ ਉਹਨਾਂ ਨੂੰ, ਤੇ ਫਿਰ ਬਾਹਰ ਜਾ ਕੇ ਬੱਚੇ ਪਰੇਸ਼ਾਨ ਵੀ ਹੁੰਦੇ, ਛੱਡ ਕੇ ਵੀ ਆ ਜਾਂਦੇ ਆ ਬਹੁਤ ਲੋਕ ਵੀ ਨਹੀਂ ਹੁੰਦਾ ਸਾਡੇ ਤੋਂ ਕੰਮ, ਇੱਥੇ ਕਰੋ ਸਭ ਕੁਝ ਹੋ ਜਾਊਗਾ। ਅੱਛਾ ਮੈਮ, ਤੁਸੀਂ ਕੀ ਸੋਚਦੇ ਹੋ ਕਿਉਂਕਿ ਜਿਸ ਤਰ੍ਹਾਂ ਦਾ ਤੁਸੀਂ ਪ੍ਰੋਫੈਸ਼ਨ ਚੁਣਿਆ, ਕਿਉਂਕਿ ਮੈਨੂੰ ਲੱਗਦਾ ਕਿ ਪ੍ਰੋਫੈਸ਼ਨ ਦੀ ਮੁੱਲ ਫੋਰਨ ਦੇ ਵਿੱਚ ਵੀ ਬਹੁਤ ਹੈ, ਕਿਉਂਕਿ ਮੇਰੇ ਇੱਕ ਦੋ ਦੋਸਤ ਨੇ ਉਹ ਵੀ ਇੱਥੇ ਕੰਮ ਕਰਦੇ ਨੇ ਪੇਂਟਿੰਗਸ ਦਾ, ਉਹਨਾਂ ਦਾ ਨਾਲ ਮੇਰਾ ਕਦੇ ਜ਼ਿਕਰ ਹੋਇਆ ਸੀ, ਕਦੇ ਜ਼ਹਿਨ ਦੇ ਵਿੱਚ ਆਇਆ ਨਹੀਂ ਕਿ ਜੇਕਰ ਇੱਥੇ ਜਦੋਂ ਤੁਹਾਡਾ ਸਟਰਗਲਿੰਗ ਟਾਈਮ ਪੀਰੀਅਡ ਜਿਹੜਾ ਅਜੇ ਵੀ ਚੱਲ ਰਿਹਾ ਕਿ ਬਾਹਰ ਦਾ ਕਦੇ ਜ਼ਹਿਨ ਦੇ ਵਿੱਚ ਆਇਆ ਕਿ ਇਸੇ ਪ੍ਰੋਫੈਸ਼ਨ ਨੂੰ ਅਸੀਂ ਉੱਧਰ ਲੈ ਕੇ ਜਾਈਏ ਜਾਂ ਫਿਰ ਇੱਥੇ ਹੀ ਸੋਚਿਆ ਹੋਇਆ? ਸਰ ਜਿਵੇਂ ਆਪਣਾ ਹੁਣ ਬਿਜ਼ਨਸ ਕਰ ਰਹੇ ਹਾਂ, ਸਾਡਾ ਵੀ ਇੱਕ ਬਿਜ਼ਨਸ ਆ, ਉਹਨੂੰ ਐਕਸਪੈਂਡ ਕਰਨ ਦਾ ਜ਼ਰੂਰ ਸੋਚਾਂਗੇ ਕਿ ਲੋਕਾਂ ਨੂੰ ਪਤਾ ਲੱਗੇ ਉੱਧਰ ਵੀ ਵੀ ਇਹ ਕੀ ਕਲਾ ਸੀ। ਆਪਣੇ ਇੰਡੀਅਨਸ ਬਹੁਤ ਜ਼ਿਆਦਾ ਹੈਗੇ, ਉਹਨਾਂ ਨੂੰ ਤਾਂ ਪਤਾ ਲੱਗੇ ਕਿ ਸਾਡਾ ਕਲਚਰ, ਸਾਡੇ ਪੇਂਟਿੰਗ, ਸਾਡੇ ਸਭ ਸ਼ੁਰੂਆਤ ਵਾਲਾ ਕਲਚਰ ਸਾਡਾ ਕੀ ਸੀ। ਅਸੀਂ ਇਸ ਤਾਂ ਕਰਕੇ ਮਿਨੀਏਚਰ ਨੂੰ ਕੰਟੀਨਿਊ ਕਰਾਂਗੇ, ਇਹ ਚੀਜ਼ਾਂ ਨੂੰ ਕੰਟੀਨਿਊ ਕਰ ਰਹੇ ਹਾਂ ਕਿ ਉਹਨਾਂ ਨੂੰ ਪਤਾ ਤਾਂ ਲੱਗੇ ਕਿ ਆਇਲ ਪੇਂਟਿੰਗਸ ਹੋ ਗਈਆਂ ਜਾਂ ਮਾਡਰਨ ਆਰਟ, ਇਹ ਨਹੀਂ ਸੀ ਸਾਡਾ ਸੀ ਜੋ ਅਸੀਂ ਪਿੱਛੇ ਗਵਾ ਬੈਠੇ ਆ ਨਾ, ਜਾਂ ਸਰਕਾਰਾਂ ਵੀ ਨਹੀਂ ਸਾਂਭ ਰਹੀਆਂ। ਲੋਕ ਵੀ ਆਪਣੇ ਜੇ ਕੋਈ ਘੁੰਮਣ ਜਾਂਦੇ ਸੀ, ਜਦੋਂ ਕਿਲੇ ਖੁੱਲ੍ਹੇ ਹੁੰਦੇ ਸੀ, ਹੁਣ ਤਾਂ ਮੋਸਟਲੀ ਬੰਦ ਕੀਤੇ ਹੋਏ ਆ। ਲੋਕ ਕੀ ਕਰਦੇ ਸੀ, ਕੰਧਾਂ 'ਤੇ ਨਾਮ ਲਿਖੇ ਆਉਂਦੇ ਸੀ ਆਪਣਾ, ਹੈ ਨਾ। ਬੇਫਾਲਤੂ ਦੇ ਉਹ ਚੀਜ਼ਾਂ ਖਰਾਬ ਹੀ ਕੀਤੀਆਂ ਲੋਕਾਂ ਨੇ ਹੀ ਕੀਤੀਆਂ, ਉੱਥੇ ਸਰਕਾਰ ਨੇ ਆ ਕੇ ਤਾਂ ਕੀਤੀਆਂ ਨਹੀਂ ਖਰਾਬ। ਤੇ ਉਹ ਚੀਜ਼ਾਂ ਨੂੰ ਅਸੀਂ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਵੀ ਉਹਨਾਂ ਨੂੰ ਪਤਾ ਲੱਗੇ ਕਿ ਆਪਣੇ ਕੋਲ ਕੀ ਸੀ ਤੇ ਅਸੀਂ ਕੀ ਗਵਾ ਲਿਆ ਤੇ ਅਸੀਂ ਕੀ ਗਵਾ ਰਹੇ ਹਾਂ, ਹੁਣ ਵੀ ਅੱਗੇ ਗਵਾ ਰਹੇ ਹਾਂ ਨਾ। ਤੇ ਬਾਹਰ ਅਸੀਂ ਇਸੇ ਕਰਕੇ ਹੀ ਬਿਜ਼ਨਸ ਨੂੰ ਐਕਸਪੈਂਡ ਕਰਾਂਗੇ ਤਾਂ ਕਿ ਉਹਨਾਂ ਨੂੰ ਵੀ ਸਮਝ ਲੱਗੇ। ਸੋਚਾਂਗੇ, ਜ਼ਰੂਰ ਸੋਚਾਂਗੇ। ਬਿਜ਼ਨਸ ਨੂੰ ਐਕਸਪੈਂਡ ਕਰਨ ਦਾ ਕੋਈ ਨਹੀਂ ਹੁੰਦਾ ਆ ਕਿ ਆਪਦੇ ਬਿਜ਼ਨਸ ਨੂੰ ਇੱਥੋਂ ਤੱਕ ਹੀ ਸੀਮਿਤ ਰੱਖਣਾ ਚਾਹੁੰਦਾ ਹੁੰਦਾ। ਹਰੇਕ ਨੂੰ ਹੁੰਦਾ ਕਿ ਵਰਲਡ ਲੈਵਲ ਤੱਕ ਸਾਡਾ ਵੀ ਜਾਵੇ। ਮਿਹਨਤ ਜ਼ਰੂਰ ਕਰਾਂਗੇ, ਬਟ ਹਾਂ ਇੱਥੋਂ ਨਾਲ ਉਹਨੂੰ ਟੁੱਟਾਂਗੇ। ਅਸੀਂ ਇੱਥੇ ਵੀ ਰੱਖਾਂਗੇ ਆਪਣਾ ਬਿਜ਼ਨਸ। ਜੇ ਬਾਹਰ ਦਾ ਬੰਦ ਆ ਸਾਡਾ,
ਬਟ ਹਾਂ ਜਿਹੜਾ ਕੰਮ ਅਸੀਂ ਇੱਥੇ ਦੇ ਸਾਨੂੰ ਮੌਕਾ ਮਿਲੇ ਕਿ ਜੋ ਆਪਣੇ ਕਿਲਿਆਂ ਦੇ ਵਿੱਚ ਕੰਮ ਹੋਇਆ, ਪੰਜਾਬ 'ਚ ਜੋ ਕੰਮ ਹੋਇਆ ਵਾ ਉਹਨਾਂ ਨੂੰ ਸੰਭਾਲ ਕੇ ਰੱਖਣ ਦਾ ਜੇ ਗਵਰਨਮੈਂਟ ਅੱਗੇ ਸੋਚੇ ਤਾਂ ਅਸੀਂ ਇੱਥੇ ਆ ਕੇ ਵੀ ਕੰਮ ਕਰਾਂਗੇ। ਐਕਚੁਅਲੀ ਨਾ ਸਰ ਕੰਪਨੀ ਦਾ ਨਾਂ ਰੰਗ ਟੋਲਾ ਹੀ ਸੋਚ ਕੇ ਹੀ ਇਹੀ ਰੱਖਿਆ ਸੀਗਾ ਕਿ ਪੰਜਾਬ ਨਾਲ ਜੁੜ ਗਿਆ ਉਹ ਪੰਜਾਬੀ ਨਾਮ ਹੈ ਇੱਕ ਹੈਨਾ। ਤੇ ਜੇ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਓਗੇ ਆਬਵੀਅਸ ਆਪਣੀ ਸਟੇਟ ਅੱਗੇ ਵਧੂਗੀ ਨਾ। ਤੇ ਸਾਡਾ ਪਰਪਸ ਸਟਾਰਟਿੰਗ ਤੋਂ ਹੀ ਇਹੀ ਰਿਹਾ ਚਾਹੇ ਮਤਲਬ ਕਿ ਬਾਹਰ ਜਾ ਕੇ ਇੱਥੋਂ ਦੇ ਕਲਚਰ ਨੂੰ ਕਿਵੇਂ ਰਿਚ ਕਰਨਾ। ਤੇ ਚੱਲ ਅਸੀਂ ਇਸੇ ਨੂੰ ਲੈ ਕੇ ਰਹੇ ਹਾਂ ਕਿ ਇਹਨੂੰ ਵਧੀਆ ਬਣਾਉਣਾ, ਇਹਨੂੰ ਰਿਚ ਕਰਨਾ ਆਪਣੇ ਕਲਚਰ ਨੂੰ, ਤੇ ਇਹਨੂੰ ਹੋਰ ਵਧਾਉਣਾ। ਇਹਦੀ ਆਪਣੇ ਹੋਰ ਪੁਰਾਣੇ ਜਿਹੜੇ ਦੂਜੇ ਲੋਕ ਨੇ ਨਾ, ਜਿਹੜੇ ਆਪਾਂ ਕਹਿੰਦੇ ਗੋਰੇ ਆ, ਉਹਨਾਂ ਕੋਲ ਇਹ ਕੰਮ ਕਿਵੇਂ ਲੈ ਕੇ ਜਾਣਾ, ਉਹਨਾਂ ਨੂੰ ਦਿਖਾਉਣਾ ਕਿ ਅਸੀਂ ਕਿੰਨੇ ਕੁ ਰਿਚ ਆ, ਸਾਡੀ ਮਤਲਬ ਕਲਚਰ ਕਿੰਨਾ ਕੁ ਰਿਚ ਹੈ। ਪਰਪਸ ਸਾਡਾ ਇਹੀ ਆ। ਸੋ ਇਹ ਸਾਨੂੰ 2 ਕੁੜੀਆਂ ਜਿਨ੍ਹਾਂ ਦੇ ਵੱਲੋਂ ਸੋਨੇ ਅਤੇ ਚਾਂਦੀ ਦੇ ਇਸਤੇਮਾਲ ਦੇ ਨਾਲ ਪੇਂਟਿੰਗਸ ਤਿਆਰ ਕੀਤੀਆਂ ਜਾ ਰਹੀਆਂ ਨੇ, ਅਤੇ ਅੱਜ ਪੰਜਾਬ ਦੇ ਵਿੱਚ ਉਹਨਾਂ ਪੇਂਟਿੰਗਸ ਦਾ ਜ਼ਿਕਰ ਵੀ ਹੋ ਰਿਹਾ ਤੇ ਉਹ ਪੇਂਟਿੰਗਸ ਸੁਰਖੀਆਂ ਦੇ ਵਿੱਚ ਵੀ ਬਣੀਆਂ ਹੋਈਆਂ ਨੇ। ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੀ ਕਲਾ ਦੇ ਵਿੱਚ ਲੱਗੇ ਰਹੋ ਅਤੇ ਹੋਰ ਤੁਹਾਨੂੰ ਜਿਹੜਾ ਬੈਸਟ ਵਿਸ਼ੇਸ ਦਿੰਦੇ ਆ ਆਉਣ ਵਾਲੇ ਜੀਵਨ ਅਤੇ ਭਵਿੱਖ ਦੇ ਲਈ ਵੀ। ਅਤੇ ਉਹ ਕਹਿੰਦੇ ਨੇ ਕਿ ਜੇਕਰ ਤੁਹਾਡਾ ਇਰਾਦਾ ਦ੍ਰਿੜ ਹੋਵੇ ਅਤੇ ਸੱਚੀ ਲਗਨ ਤੇ ਮਿਹਨਤ ਹੋਵੇ ਤਾਂ ਫਿਰ ਉਸ ਮਿਹਨਤ ਦਾ ਫਲ ਵੀ ਤੁਹਾਨੂੰ ਇੱਕ ਦਿਨ ਜ਼ਰੂਰ ਮਿਲਦਾ। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਸ ਤਰੀਕੇ ਦਾ ਫਲ ਹੁਣ ਮਿਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਕੇ ਮਿਲੇ ਫਲ। ਅਤੇ ਅਜਿਹੀਆਂ ਹੀ ਕਹਾਣੀਆਂ ਲੈ ਕੇ ਤੁਹਾਡੇ ਨਾਲ ਫੇਰ ਰੂਬਰੂ ਹੁੰਦੇ ਰਹਾਂਗੇ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।